ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਲਾਈਵ ਕਪੜ ਛਾਣ ਦਾ ਇੱਕ ਖਾਸ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਮੈਂ ਹਾਂ ਗਗਨਦੀਪ ਸਿੰਘ ਤੇ ਅੱਜ ਖਾਸ ਮਸਲੇ ਨੇ ਜਿਨ੍ਹਾਂ ਦੇ ਉੱਤੇ ਗੱਲਬਾਤ ਕਰਾਂਗੇ। ਗੱਲਬਾਤ ਦੇ ਵਿਸ਼ਿਆਂ ਦੇ ਵਿੱਚ ਦੀਪ ਸਿੱਧੂ ਦੀ ਪੇਸ਼ੀ ਵੀ ਰਹੇਗੀ। ਖੇਤੀਬਾੜੀ ਮੰਤਰੀ ਦੇਸ਼ ਦੇ ਦਾ ਬਿਆਨ ਹੈ ਕਿ ਕਿਸਾਨੀ ਅੰਦੋਲਨ ਨੂੰ ਲੈ ਕੇ, ਉਸ ਬਿਆਨ ਨੂੰ ਲੈ ਕੇ, ਕਾਨੂੰਨਾਂ ਨੂੰ ਲੈ ਕੇ, ਉਸ ਤੋਂ ਬਾਅਦ ਇਸ ਬਿਆਨ ਦੇ ਵਿੱਚ ਪੰਜਾਬ ਦੇ ਕਈ ਮੰਤਰੀਆਂ ਦੇ ਪ੍ਰਤੀਕਰਮ ਆਏ ਨੇ, ਉਸ ਦੇ ਉੱਤੇ ਗੱਲਬਾਤ ਰਹੇਗੀ। ਪੰਜਾਬ ਦੀ ਕੈਬਨਿਟ ਦੀ ਫੇਰ ਬਦਲ ਹੋ ਸਕਦੇ ਨੇ, ਉਸ ਨੂੰ ਲੈ ਕੇ ਵੀ ਅੱਜ ਬੈਠਕ ਹੋਈ ਹੈ। ਕਿਸ ਦੀ ਬੈਠਕ ਤੇ ਕਿਹਦੇ ਨਾਲ ਹੋਈ ਹੈ, ਇਸ ਤੇ ਵੀ ਚਰਚਾ ਰਹੇਗੀ ਤੇ ਨਾਲ ਹੀ ਵੱਖ-ਵੱਖ ਮਸਲਿਆਂ ਦੇ ਉੱਤੇ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਸੁਰਿੰਦਰ ਡੱਲਾ ਹੁਣਾਂ ਦਾ ਸਵਾਗਤ ਕਰਾਂਗੇ, ਫਿਰ ਇੱਕ ਇੱਕ ਕਰਕੇ ਮਸਲਿਆਂ ਦੇ ਵੱਲ ਵਧਦੇ ਹਾਂ। ਡੱਲਾ ਸਾਹਿਬ ਸਵਾਗਤ ਹੈ ਜੀ। ਬਹੁਤ ਬਹੁਤ ਧੰਨਵਾਦ ਜੀ, ਸਾਰਿਆਂ ਦੀ ਬਹੁਤ ਬਹੁਤ ਧੰਨਵਾਦ ਗਗਨ। ਡੱਲਾ ਜੀ, ਸਭ ਤੋਂ ਪਹਿਲਾਂ ਤਾਂ ਕਿਸਾਨੀ ਅੰਦੋਲਨ ਦੇ ਵੱਲ ਵਧੀਏ। ਕਿਸਾਨ ਅੰਦੋਲਨ ਨੂੰ ਲੈ ਕੇ ਖੇਤੀਬਾੜੀ ਮੰਤਰੀ ਦਾ ਬਿਆਨ ਆਇਆ ਕਿ ਕਾਨੂੰਨ ਵਾਪਸ ਨਹੀਂ ਹੋਣਗੇ। ਉਸ ਤੋਂ ਬਾਅਦ ਫਿਰ ਹੁਣ ਸਿਆਸਤ ਦੇ ਵਿੱਚ ਵੀ ਬਿਆਨਾਂ ਦੀ ਝੜੀ ਲੱਗ ਗਈ ਹੈ। ਉੱਧਰ ਦੂਜੇ ਪਾਸੇ ਰਕੇਸ਼ ਟਕੈਤ ਹੋਣਾ ਦਾ ਵੀ ਬਿਆਨ ਆ ਗਿਆ। ਇਹ ਸਾਰੀ ਪ੍ਰਕਿਰਿਆ ਨੂੰ ਹੁਣ ਤੁਸੀਂ ਕਿੱਦਾਂ ਵੇਖ ਰਹੇ ਹੋ ਕਿ ਆਪਾਂ ਬੀਤੇ ਦਿਨ ਤੋਂ ਇਹ ਗੱਲ ਦਾ ਆਸ ਲਾ ਰਹੀ ਸੀ ਕਿ ਜਲਦ ਜਿਹੜੀ ਗੱਲਬਾਤ ਦੀ ਕੜੀ ਫਿਰ ਜੁੜ ਸਕਦੀ ਹੈ, ਤੁਰ ਸਕਦੀ ਹੈ। ਦੇਖੋ, ਇਹਨਾਂ ਖੇਤੀਬਾੜੀ ਦੇ ਸੰਘਰਸ਼ਾਂ ਦੇ ਵਿੱਚ ਸਰਕਾਰ ਦੇ ਨਾਲ ਗੱਲਬਾਤ ਦੇ ਵਿੱਚ ਕਈ ਵਾਰੀ ਅਜਿਹੇ ਮੌਕੇ ਆਏ ਜਿੱਥੇ ਆਪਸ ਦੇ ਵਿੱਚ ਮਤਭੇਦ ਨੇ ਜਿਹੜੇ ਵਿਸ਼ਾ ਵਸਤੂ ਨੂੰ ਲੈ ਕੇ ਕਾਫੀ ਜ਼ਿਆਦਾ ਉੱਭਰ ਕੇ ਸਾਹਮਣੇ ਆਏ। ਰਕੇਸ਼ ਟਕੈਤ ਮਾਫ ਕਰਨਾ ਖੇਤੀਬਾੜੀ ਮੰਤਰੀ ਨੇ ਨਰਿੰਦਰ ਤੋਮਰ ਟੈਲੀਵਿਜ਼ਨ ਚੈਨਲਾਂ 'ਤੇ ਉਹਨਾਂ ਦਾ ਇੱਕ ਬਿਆਨ ਬੜਾ ਚੱਲ ਰਿਹਾ। ਕਿਸੇ ਥਾਂ 'ਤੇ ਉਹਨਾਂ ਨੇ ਕਿਹਾ ਕਿ ਖੇਤੀ ਕਾਨੂੰਨ ਰੱਦ ਨਹੀਂ ਕੀਤੇ ਜਾਣੇ, ਕਿਸਾਨ ਸਾਨੂੰ ਆ ਕੇ ਸਮਝਾਉਣ ਕੀ ਕਮੀਆਂ ਨੇ, ਗੱਲਬਾਤ ਦਾ ਦੌਰ ਹੋਊਗਾ, ਬਿੰਦੂਵਾਰ ਚਰਚਾ ਹੋਊਗੀ, ਸੰਸ਼ੋਧਨ ਅਸੀਂ ਕਰ ਦਾਂਗੇ। ਸੋ ਇਹ ਤਾਂ ਗੱਲਾਂ ਨਰਿੰਦਰ ਤੋਮਰ ਹੋਣੀ ਇਹ ਵੀ ਕਹਿ ਦੇਣ ਨਾ ਵੀ ਕਿਸਾਨ ਸਾਨੂੰ ਬਹੁਤ ਕੁਝ ਸਮਝਾ ਚੁੱਕੇ ਨੇ। ਇਹ ਨਹੀਂ ਉਹ ਕਹਿ ਰਹੇ ਕਿ ਕਿਸਾਨਾਂ ਨੇ ਤਾਂ ਸਾਨੂੰ ਬਹੁਤ ਕੁਝ ਸਮਝਾਇਆ ਹੁਣ ਤੱਕ, ਤਾਂ ਹੀ ਸਰਕਾਰ ਸੰਸ਼ੋਧਨਾਂ ਦੇ ਲਈ ਤਿਆਰ ਹੋਈ ਸੀ ਨਾ। ਹੁਣ ਜਦੋਂ ਵੱਖ-ਵੱਖ ਥਾਵਾਂ 'ਤੇ ਜਾਂਦੇ ਨੇ ਖੇਤੀਬਾੜੀ ਮੰਤਰੀ, ਪੱਤਰਕਾਰਾਂ ਨਾਲ ਗੱਲਬਾਤ ਕਰਦੇ ਨੇ ਤੇ ਉਹ ਇਹ ਕਹਿ ਦਿੰਦੇ ਨੇ ਕਿ ਸਰਕਾਰ ਗੱਲਬਾਤ ਕਰਨ ਲਈ ਤਿਆਰ ਹੈ, ਸੁਣਨ ਲਈ ਤਿਆਰ ਹੈ, ਪਰ ਕੋਈ ਖਾਮੀਆਂ ਤਾਂ ਦੱਸੇ। ਜਦਕਿ ਕਿਸਾਨ ਤਾਂ ਕਿੰਨੀਆਂ ਖਾਮੀਆਂ ਉਹਨਾਂ ਨੂੰ ਦੱਸ ਚੁੱਕੇ ਨੇ। ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਅਗਰ ਖੇਤੀਬਾੜੀ ਮੰਤਰੀ ਬਹੁਤ ਗੰਭੀਰ ਨੇ ਤੇ ਘੱਟੋ ਘੱਟ ਕਿਸਾਨਾਂ ਦੇ ਨਾਲ ਜਿਹੜੀ ਉਹਨਾਂ ਦੀ ਪਹਿਲਾਂ 10-11 ਦੌਰ ਦੀ ਗੱਲਬਾਤ ਹੋਈ ਹੈ ਉਹਦੀ ਵੀ ਇੱਕ ਮਰਿਆਦਾ ਬਰਕਰਾਰ ਰੱਖਣੀ ਚਾਹੀਦੀ ਹੈ। ਖੇਤੀਬਾੜੀ ਮੰਤਰੀ ਨੂੰ ਕਹਿਣਾ ਚਾਹੀਦਾ ਕਿ ਕਈ ਪੁਆਇੰਟਸ ਨੇ ਜਿਹੜੇ ਕਿਸਾਨਾਂ ਨੇ ਸਾਨੂੰ ਸਮਝਾਏ, ਜਿਹਦੇ ਤੇ ਅਸੀਂ ਸੰਸ਼ੋਧਨ ਲਈ ਤਿਆਰ ਹਾਂ। 10-11 ਪੁਆਇੰਟ ਨੇ, ਅਸੀਂ ਉਹਨਾਂ ਦੇ ਉੱਤੇ ਖੜੇ ਹਾਂ। ਉਹ ਇਹ ਕਹਿ ਰਹੇ ਨੇ ਫਿਰ ਬਾਰ-ਬਾਰ ਕਿ ਖੇਤੀ ਕਾਨੂੰਨ ਰੱਦ ਨਹੀਂ ਕੀਤੇ ਜਾਣੇ। ਨਾਲ ਨਾਲ ਇਹ ਵੀ ਕਹਿ ਰਹੇ ਨੇ ਕਿ ਸਰਕਾਰ ਗੱਲਬਾਤ ਕਰਨ ਲਈ ਤਿਆਰ ਹੈ। ਸੋ ਫਿਰ ਜਾਂ ਤਾਂ ਉਹ ਇਹ ਕਹਿ ਦੇਣ ਵੀ ਜਿਵੇਂ ਉਹਨਾਂ ਨੇ ਪਹਿਲਾਂ ਕਿਹਾ ਸੀ ਵੀ ਸਾਡਾ ਤਾਂ ਆਖਰੀ ਪ੍ਰਸਤਾਵ ਅਸੀਂ ਕਿਸਾਨਾਂ ਨੂੰ ਦਿੱਤਾ ਹੋਇਆ, ਕਿਸਾਨ ਉਹਦੇ ਉੱਤੇ ਅਗਰ ਸਹਿਮਤ ਹੁੰਦੇ ਨੇ ਤਾਂ ਗੱਲਬਾਤ ਕਰ ਲੈਣ, ਨਹੀਂ ਤਾਂ ਫਿਰ ਗੱਲਬਾਤ ਦੀ ਕੋਈ ਸੰਭਾਵਨਾ ਨਹੀਂ ਹੈ। ਮੇਰੇ ਕਹਿਣ ਦਾ ਮਤਲਬ ਹੈ ਕਿ ਸਰਕਾਰ ਦਾ ਰੁਖ ਕਿਸਾਨਾਂ ਪ੍ਰਤੀ ਮਿੱਠਾ ਹੋਣਾ ਚਾਹੀਦਾ ਹੈ। ਸਰਕਾਰ ਦੇ ਰੁਖ 'ਚ ਨਾਰਾਜ਼ਗੀ, ਹਤਾਸ਼ਾ ਜਾਂ ਤਲਖੀ ਨਹੀਂ ਝਲਕਣੀ ਚਾਹੀਦੀ ਕਿਸੇ ਵੀ ਕੀਮਤ ਦੇ ਉੱਤੇ, ਕਿਉਂਕਿ ਸਰਕਾਰ ਲੋਕਾਂ ਵੱਲੋਂ ਹੀ ਚੁਣੀ ਹੋਈ ਹੈ। ਠੀਕ ਹੈ, ਕਿਸਾਨਾਂ ਦੇ ਤੇ ਸਰਕਾਰਾਂ ਦੇ ਮਤਭੇਦ ਨੇ, ਇਹ ਮਤਭੇਦ ਹਮੇਸ਼ਾ ਨਹੀਂ ਰਹਿਣੇ। ਕਿਸੇ ਨਾ ਕਿਸੇ ਸਟੇਜ 'ਤੇ ਆ ਕੇ ਇਹ ਮਤਭੇਦ ਵੀ ਖਤਮ ਹੋਣਗੇ, ਜਾਂ ਕਿਸਾਨ ਨੇ ਜਿਹੜੇ ਉਹ ਸਰਕਾਰ ਦੀ ਗੱਲ ਮੰਨ ਲੈਣਗੇ ਜਾਂ ਸਰਕਾਰ ਕਿਸਾਨਾਂ ਦੀ ਗੱਲ ਮੰਨ ਲੂਗੀ। ਕਿਉਂਕਿ ਇਸੇ ਡੈਮੋਕ੍ਰੇਸੀ ਦੇ ਵਿੱਚ ਦੋਵੇਂ ਧਿਰਾਂ ਨੇ ਜਿਹੜੀਆਂ ਉਹ ਆਪਣਾ ਵੱਖਰਾ ਕੱਦ ਰੱਖਦੀਆਂ ਨੇ। ਪੋਲੀਟੀਕਲ ਪਾਰਟੀਆਂ ਦਾ ਆਪਣਾ ਕੱਦ ਹੈ, ਕਿਸਾਨਾਂ ਦਾ ਆਪਣਾ ਕੱਦ ਹੈ। ਦੇਖੋ, ਚੋਣਾਂ ਦਾ ਮੌਸਮ ਬੜੀ ਜਲਦੀ ਭਾਰਤ ਦੇ ਵਿੱਚ ਆ ਜਾਂਦਾ ਹੈ ਔਰ ਇਹ ਗੱਲ ਅਗਰ ਲੰਬੀ ਵੱਧ ਗਈ, ਗਗਨ ਦੇਖੋ ਉੱਤਰ ਪ੍ਰਦੇਸ਼ 'ਚ ਵੀ ਚੋਣਾਂ ਨੇ, ਪੱਛਮੀ ਬੰਗਾਲ 'ਚ ਵੀ ਚੋਣਾਂ ਨੇ। ਅਗਰ ਕਿਸਾਨਾਂ ਦਾ ਅੰਦੋਲਨ ਹੋਰ ਅੱਗੇ ਵੱਧ ਗਿਆ, ਕਿਸਾਨਾਂ ਦਾ ਅੰਦੋਲਨ ਅਗਰ ਹੋਰ ਭਖ ਗਿਆ ਤੇ ਨਿਸ਼ਚਿਤ ਤੌਰ ਦੇ ਉੱਤੇ ਜਿਹੜੇ ਚੋਣਾਂ ਦੇ ਰਿਜ਼ਲਟ ਨੇ ਜਾਂ ਉਹ ਸਰਕਾਰ ਨੂੰ ਦੱਸ ਦੇਣਗੇ ਵੀ ਆਮ ਲੋਕ ਕੀ ਸੋਚਦੇ ਸੀ, ਕਿਸਾਨ ਕੀ ਸੋਚਦੇ ਸੀ। ਅਗਰ ਖੇਤੀਬਾੜੀ ਮੰਤਰੀ ਨੂੰ ਇਹ ਲੱਗਦਾ ਹੈ ਕਿ ਨਹੀਂ ਕਿਸਾਨਾਂ ਦਾ ਵਿਰੋਧ ਹੀ ਹੈ ਨਹੀਂ, ਤੇ ਫਿਰ ਚੋਣਾਂ ਦੇ ਨਤੀਜੇ ਨੇ ਜਿਹੜੇ ਕਿਸੇ ਰੂਪ ਦੇ ਵਿੱਚ ਉਹ ਸਾਡੇ ਲਈ ਚਾਨਣਾ ਕਰ ਦੇਣਗੇ। ਹੋ ਸਕਦਾ ਹੈ ਉਹਨਾਂ ਦਾ ਚਾਨਣਾ ਇਸ ਤਰੀਕੇ ਦਾ ਹੋਵੇ ਕਿ ਕਿਸਾਨਾਂ ਨੇ ਤਾਂ ਵੋਟਾਂ ਹੀ ਪਾਤੀਆਂ ਬੀਜੇਪੀ ਨੂੰ ਜੀ, ਜਾਂ ਇਸ ਰੂਪ 'ਚ ਹੋਣਾ ਵੀ ਪੱਛਮੀ ਬੰਗਾਲ ਦੇ ਵਿੱਚ ਕਿਸਾਨ ਸਾਰੇ ਬੀਜੇਪੀ ਨਾਲ ਆ ਗਏ, ਫਿਰ ਗੱਲ ਸਮਝ ਆਉਂਦੀ ਹੈ। ਸੋ ਇਸ ਕਰਕੇ ਡੈਮੋਕ੍ਰੇਸੀ ਦੇ ਵਿੱਚ ਕਿਸੇ ਪ੍ਰਕਿਰਿਆ ਨੂੰ ਸਾਨੂੰ ਚੁਣਨਾ ਪਊਗਾ। ਸਰਕਾਰ ਨੂੰ ਕਿਸਾਨਾਂ ਨੇ ਵੀ ਵੋਟਾਂ ਪਾਈਆਂ ਨੇ ਔਰ ਉਧਰ ਰਕੇਸ਼ ਟਕੈਤ ਉਹਨਾਂ ਨੇ ਵੀ ਦੇਖੋ ਲਗਾਤਾਰ ਕਿਹਾ। ਰਕੇਸ਼ ਟਕੈਤ ਲਗਾਤਾਰ ਬਿਆਨ ਦੇ ਰਹੇ ਨੇ। ਉਹ ਕਹਿੰਦੇ ਅਸੀਂ ਸਿਰਫ ਕਾਨੂੰਨ ਵਾਪਸੀ ਦੀ ਮੰਗ ਕਰ ਰਹੇ ਹਾਂ, ਅਸੀਂ ਸਰਕਾਰ ਤੋਂ ਵਾਪਸੀ ਦੀ ਮੰਗ ਨਹੀਂ ਕਰ ਰਹੇ। ਚਲੋ ਉਹ ਤਾਂ ਅਧਿਕਾਰ ਸਿਰਫ ਨੋਟਾਂ ਦੇ ਜ਼ਰੀਏ ਹੈ, ਉਹ ਤਾਂ ਲੋਕ ਨੋਟਾਂ 'ਚ ਆਪਣੀ ਨਾਰਾਜ਼ਗੀ ਕਿਸੇ ਵੀ ਉਮੀਦਵਾਰ ਦੇ ਪ੍ਰਤੀ ਦਰਜ ਕਰਾ ਸਕਦੇ ਨੇ। ਚਲੋ ਹੁਣ ਤਾਂ ਸਰਕਾਰ ਚੁਣੀ ਗਈ, ਸਪਸ਼ਟ ਬਹੁਮਤ 'ਚ ਹੈ। ਸੋ ਕਿਸੇ ਦੇ ਕਹਿਣ ਦੇ ਨਾਲ ਸਰਕਾਰ ਵਾਪਸੀ ਦੀ ਮੰਗ ਨਾਲ ਸਰਕਾਰ ਤਾਂ ਵਾਪਸ ਨਹੀਂ ਆਉਣੀ। ਸਰਕਾਰ ਤਾਂ ਆਪਣਾ ਕਾਰਜਕਾਲ ਪੂਰਾ ਕਰੂਗੀ ਕਿਉਂਕਿ ਐਬਸੋਲਿਊਟ ਸਪਸ਼ਟ ਬਹੁਮਤ ਦੇ ਵਿੱਚ ਸਰਕਾਰ ਹੈ। ਪਰ ਕਿਸਾਨਾਂ ਔਰ ਸਰਕਾਰਾਂ ਦੇ ਵਿੱਚ ਆਪਸ ਦੇ ਵਿੱਚ ਅਗਰ ਸਾਹਮਣੇ ਨਹੀਂ ਹੈ, ਅਗਰ ਵੱਖਰੇ ਵੱਖਰੇ ਤੌਰ 'ਤੇ ਵੀ ਗੱਲ ਕਰਦੇ ਨੇ ਤਾਂ ਬਹੁਤ ਸ਼ਾਲੀਨਤਾ ਉਹਦੇ ਵਿੱਚ ਰਹਿਣੀ ਚਾਹੀਦੀ ਹੈ। ਸਰਕਾਰੀ ਮੰਤਰੀਆਂ ਦੇ ਵੱਲੋਂ ਵੀ ਔਰ ਕਿਸਾਨਾਂ ਵੱਲੋਂ ਵੀ ਆਪਸ ਦੇ ਵਿੱਚ ਇੱਕ ਦੂਜੇ ਦੇ ਪ੍ਰਤੀ ਸ਼ਬਦਾਵਲੀ ਹੈ ਜਿਹੜੀ ਉਹ ਮਿੱਠੀ ਹੋਣੀ ਚਾਹੀਦੀ ਹੈ, ਤਾਂ ਕਿ ਕੱਲ੍ਹ ਨੂੰ ਅਗਰ ਟੇਬਲ 'ਤੇ ਆਹਮਣੇ ਸਾਹਮਣੇ ਹੋਣਾ ਪੈ ਜੇ
ਤੇ ਕਿਸੇ ਨੂੰ ਇਹ ਨਾ ਲੱਗੇ ਕਿ ਮੈਂ ਜ਼ਿਆਦਾ ਗੱਲ ਕਹਿ ਗਿਆ ਸੀ ਤੇ ਮੈਨੂੰ ਆਹ ਗੱਲ ਨਹੀਂ ਕਰਨੀ ਚਾਹੀਦੀ ਸੀ। ਦੂਜੀ ਗੱਲ, ਰਕੇਸ਼ ਟਕੈਤ ਉਹਨਾਂ ਦਾ ਬਿਆਨ ਹੈ, ਇੱਕ ਬੜਾ ਇੰਪੋਰਟੈਂਟ ਬਿਆਨ ਹੈ। ਚਡੂਨੀ ਉਹਨਾਂ ਦਾ, ਗੁਰਨਾਮ ਸਿੰਘ ਚਡੂਨੀ ਉਹਨਾਂ ਦਾ ਬਿਆਨ ਵੀ ਆਇਆ, ਉਹ ਵੀ ਤੁਹਾਨੂੰ ਸੁਣਾਉਂਦੇ ਆ। ਰਕੇਸ਼ ਟਕੈਤ ਨੇ ਵੀ ਕਹਿਤਾ ਕਿਸਾਨਾਂ ਨੂੰ ਕਿ ਫਸਲਾਂ ਨੂੰ ਅੱਗ ਨਹੀਂ ਲਾਉਣੀ, ਕਣਕ ਨੂੰ ਅੱਗ ਨਹੀਂ ਲਾਉਣੀ। ਕੁਝ ਦਿਨ ਪਹਿਲਾਂ ਰਕੇਸ਼ ਟਕੈਤ ਉਹਨਾਂ ਨੇ ਕਿਹਾ ਸੀ ਵੀ ਜੇ ਲੋੜ ਪਈ ਤਾਂ ਅਸੀਂ ਆਪਣੀ ਫਸਲ ਵੀ ਕੁਰਬਾਨ ਕਰ ਦਿਆਂਗੇ। ਇਹਦਾ ਮਤਲਬ ਬਹੁਤ ਸਾਰੇ ਕਿਸਾਨਾਂ ਨੇ ਇਹ ਨਹੀਂ ਸਮਝਣਾ ਕਿ ਅਸੀਂ ਫਸਲ ਨੂੰ ਅੱਗ ਲਾਉਣੀ ਹੈ, ਕਿਉਂਕਿ ਅਸੀਂ ਦੇਖਦੇ ਹਾਂ ਬਹੁਤ ਸਾਰੇ ਕਿਸਾਨਾਂ ਨੇ, ਕੱਲ ਪਰਸੋਂ ਇੱਕ ਜਾਣਕਾਰੀ ਸੀ ਬਿਜਨੌਰ 'ਚ ਇੱਕ ਕਿਸਾਨ ਨੇ ਆਪਣੀ ਫਸਲ ਵਾਹਤੀ, ਉਧਰ ਕਰਨਾਲ ਦੇ ਵਿੱਚ ਇੱਕ ਵਿਅਕਤੀ ਨੇ ਕਿਸਾਨ ਅੰਦੋਲਨ ਦੇ ਹੱਕ 'ਚ ਆਪਣੀ ਫਸਲ ਵਾਹਤੀ 5 ਏਕੜ। ਸੋ ਗੁਰਨਾਮ ਸਿੰਘ ਚਡੂਨੀ ਦਾ ਵੀ ਬਿਆਨ ਆਇਆ, ਰਕੇਸ਼ ਟਕੈਤ ਦਾ ਵੀ ਬਿਆਨ ਆਇਆ ਕਿ ਅਸੀਂ ਨਾ ਤਾਂ ਫਸਲ ਨੂੰ ਅੱਗ ਲਾਉਣਾ ਹੈ, ਨਾ ਫਸਲ ਨੂੰ ਤਬਾਹ ਕਰਨਾ ਹੈ। ਫਸਲ ਹੈ ਜਿਹੜੀ ਐਡੀ ਮਿਹਨਤ ਦੇ ਨਾਲ ਪੈਦਾ ਕੀਤੀ ਜਾਂਦੀ ਹੈ, ਔਰ ਸੱਚਮੁੱਚ ਕਿਸਾਨਾਂ ਨੂੰ ਔਰ ਇਹ ਵੀ ਕਿਹਾ ਇਹਨਾਂ ਲੀਡਰਾਂ ਨੇ ਕਿ ਅਸੀਂ ਆਪਣੀ ਜ਼ਿੰਦਗੀ ਖਤਮ ਕਰਨ ਵਾਲੇ ਪਾਸੇ ਵੀ ਨਹੀਂ ਜਾਣਾ, ਔਰ ਨਿਸ਼ਚਿਤ ਤੌਰ ਦੇ ਉੱਤੇ ਨਹੀਂ ਜਾਣਾ ਚਾਹੀਦਾ। ਸਰਕਾਰ ਨਾਲ ਮਤਭੇਦ ਹੈ, ਕਿਸਾਨ ਜਿਸ ਤਰੀਕੇ ਨਾਲ ਅੰਦੋਲਨ ਕਰਨਾ ਚਾਹੁੰਦੇ ਨੇ ਡੈਮੋਕ੍ਰੇਸੀ 'ਚ ਉਹਨਾਂ ਨੂੰ ਹੱਕ ਹੈ, ਪਰ ਫਸਲ ਖਰਾਬ ਕਰਨਾ, ਫਸਲ ਸਾੜਨਾ ਜਾਂ ਆਪਣੀ ਜ਼ਿੰਦਗੀ ਖਤਮ ਕਰਨੀ ਇਹ ਗਲਤ ਤਰੀਕੇ ਨੇ। ਮੈਂ ਕਦੀ ਵੀ ਇਹਦਾ ਸਮਰਥਨ ਨਹੀਂ ਕਰਦਾ, ਔਰ ਕਿਸਾਨਾਂ ਨੂੰ ਇਸ ਪਾਸੇ ਭੁੱਲ ਕੇ ਵੀ ਨਹੀਂ ਸੋਚਣਾ ਚਾਹੀਦਾ। ਇੱਕ ਵਾਰ ਗੱਲ ਵੀ ਸੁਣਾ ਦਈਏ, ਰਕੇਸ਼ ਟਕੈਤ ਦੀ ਵੀ ਤੁਹਾਡੇ ਕੋਲੇ ਗੱਲ ਹੈਗੀ ਹੈ, ਔਰ ਗੁਰਨਾਮ ਸਿੰਘ ਚਡੂਨੀ ਦੀ ਵੀ, ਇਹਨਾਂ ਦੋਨਾਂ ਦੀ ਬੜੀ ਅਹਿਮ ਗੱਲ ਹੈ, ਇੱਕ ਵਾਰੀ ਸੁਣਾ ਦਈਏ। कमेटी के लोग हैं हमारे 40 आदमी है, सब लोगों ने उन पर विश्वास जताया है, हमारे लोगों पर ग्राम पंचायत ने विश्वास जताया, हरियाणा पूरे हिंदुस्तान के नौजवानों ने विश्वास जताया, यहाँ के किसानों ने विश्वास जताया है। ग्राम पंचायतों का सपोर्ट जिस तरह से 40 लोगों को जो मेंबर है उनको मिला हुआ है, पूरे देश में ये जाएंगे ना, इन्हें दिल्ली से भेजा गया है कि जितने भी मेंबर पार्लियामेंट हैं आप गांव में जाके बात करो। गली गए पहले दिन गए इनको रिजल्ट मिलने शुरू हो गए पहले ही। कोई बैठाने को जगह नहीं है इनकी गांवों में कहीं पर। आप अपना एक टुकड़ा बना के रखो, एक बयान छोड़ता नहीं है उसको वहां पे दे दिया, वो गांव के लोगों का बयान था। जो टिकैत साहब ने कहा है, उन्होंने तो एक आपको तैयार रहने के लिए कहा था कि जरूरत पड़ी तो हम अपनी फसलें जला देंगे। उन्होंने कब कहा था कि उनको जोतना शुरू कर दो? आप कब कहा था? उन्होंने कौन से मैसेज में कहा टिकैत साहब ने कि फसलें जोतना शुरू कर दो? इतने भाव में मत आया करो। मेरी बेनती है, मेरी हाथ जोड़ के प्रार्थना है कि कोई भाई अपनी फसल ना जोते, कोई भाई अपनी फसल नष्ट ना करे। ਸੋ ਦੋਹਾਂ ਲੀਡਰਾਂ ਦੀ ਆਪਾਂ ਗੱਲਬਾਤ ਸੁਣੀ। ਗੁਰਨਾਮ ਸਿੰਘ ਚਡੂਨੀ ਨੇ ਵੀ ਸਪਸ਼ਟ ਤੌਰ ਤੇ ਕਿਹਾ ਕਿ ਰਕੇਸ਼ ਟਕੈਤ ਉਹਨਾਂ ਨੇ ਵੀ ਇਹ ਨਹੀਂ ਕਿਹਾ ਕਿ ਕੋਈ ਵੀ ਕਿਸਾਨ ਹੈ ਜਿਹੜਾ ਆਪਣੀ ਫਸਲ ਨੂੰ ਤਬਾਹ ਕਰੇ, ਔਰ ਇਸ ਕਰਕੇ ਹੁਣ ਜਿਹੜੀਆਂ ਸਥਿਤੀਆਂ ਨੇ ਗਗਨ, ਉਹ ਸਧਾਰਨ ਬਣਨੀਆਂ ਚਾਹੀਦੀਆਂ ਨੇ। ਕਿਸਾਨ ਨੇ ਜਿਹੜੇ ਉਹ ਅੰਦੋਲਨ ਆਪਣੀ ਮਰਜ਼ੀ ਮੁਤਾਬਕ ਕਰ ਸਕਦੇ ਆ, ਉਹਨਾਂ ਦੀਆਂ ਜਥੇਬੰਦੀਆਂ ਦਾ ਫੈਸਲਾ ਹੈ, ਪਰ ਬਿਲਕੁਲ ਸਮੁੱਚੇ ਕਿਸਾਨ ਮੋਰਚੇ ਨੂੰ ਵੀ ਇਹ ਅਪੀਲਾਂ ਕਰਨੀਆਂ ਚਾਹੀਦੀਆਂ ਕਿ ਕੋਈ ਵੀ ਕਿਸਾਨ ਹੈ ਜਿਹੜਾ ਉਹ ਅਜਿਹਾ ਕਦਮ ਨਾ ਚੁੱਕੇ। ਜੀ ਬਿੱਲਾ ਸਾਹਿਬ, ਜਿਸ ਤਰ੍ਹਾਂ ਰੁਝਾਨ ਵੱਧਦਾ ਜਾ ਰਿਹਾ, ਕਿਉਂਕਿ 2 ਘਟਨਾਵਾਂ ਅਜਿਹੀਆਂ ਜਦੋਂ ਤੋਂ ਬਿਆਨ ਆਇਆ, ਹਜੇ 3 ਦਿਨ ਬਿਆਨ ਹੋਏ ਨੂੰ ਆਏ ਨੇ, ਤੇ ਉਸ ਤੋਂ ਬਾਅਦ 2 ਘਟਨਾਵਾਂ ਸਾਹਮਣੇ ਆਈਆਂ ਨੇ। ਜੇਕਰ ਇਹ ਰੁਝਾਨ ਅੱਗੇ ਵੱਧਦਾ, ਹਜੇ ਅਰਦਾਸ ਕਰਾਂਗੇ ਤੇ ਅਪੀਲ ਵੀ ਕਰਾਂਗੇ ਕਿ ਅਜਿਹਾ ਰੁਝਾਨ ਅੱਗੇ ਨਾ ਵਧੇ। ਜੇਕਰ ਇਹ ਰੁਝਾਨ ਅੱਗੇ ਵੱਧਦਾ ਤਾਂ ਇਸ ਦਾ ਨੁਕਸਾਨ ਜਿੱਥੇ ਕਿਸਾਨਾਂ ਨੂੰ ਹੈ ਤੇ ਸਰਕਾਰ ਨੂੰ ਵੀ ਇਸ ਦਾ ਨੁਕਸਾਨ ਬਹੁਤ ਵੱਡੇ ਪੱਧਰ ਤੇ ਦੇਖੋ, ਦੇਸ਼ ਦਾ ਹੀ ਨੁਕਸਾਨ ਹੈ। ਮਨਮੁਟਾਵ ਸਰਕਾਰ ਦੇ ਵਿੱਚ ਔਰ ਕਿਸਾਨਾਂ 'ਚ ਨਹੀਂ ਹੋਣਾ ਚਾਹੀਦਾ। ਦੇਖੋ, ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜੇ ਕਿਸਾਨ ਨੇ ਉਹ ਪਹਿਲੀ ਵਾਰੀ ਅੰਦੋਲਨ ਨਹੀਂ ਕਰ ਰਹੇ। ਜਦੋਂ ਦਾ ਦੇਸ਼ ਆਜ਼ਾਦ ਹੋਇਆ ਉਦੋਂ ਦੇ ਕਿਸਾਨ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਸਮੇਂ-ਸਮੇਂ ਤੇ ਅੰਦੋਲਨ ਕਰਦੇ ਰਹੇ ਨੇ, ਔਰ ਸਾਡੇ ਮੁਲਕ 'ਚ ਆਜ਼ਾਦੀ ਜਿਹੜੀ ਸਾਨੂੰ ਮਿਲੀ ਹੈ ਉਹ ਵੀ ਸ਼ਾਂਤੀਪੂਰਵਕ ਅੰਦੋਲਨਾਂ ਨਾਲ ਮਿਲੀ ਹੈ। ਬਗਾਨੇ ਸਾਡਾ ਮੁਲਕ ਕਿਹੜਾ ਛੱਡਣ ਨੂੰ ਤਿਆਰ ਸੀ। ਸੋ ਅਸੀਂ ਤਾਂ ਅੰਦੋਲਨਾਂ ਦੇ ਲੋਕ ਆ ਸਾਰੇ। ਪੂਰਾ ਭਾਰਤ ਹੈ, ਪੂਰਾ ਇੰਡੀਆ ਹੈ, ਇਹਦੇ 'ਚ ਹਰ ਮੁਲਕ ਦੇ, ਸਾਡੇ ਮੁਲਕ ਦੇ ਹਰ ਹਿੱਸੇ 'ਚ ਲੋਕਾਂ ਨੇ ਆਜ਼ਾਦੀ ਲਈ ਅੰਦੋਲਨ ਕੀਤੇ। ਸੁਭਾਸ਼ ਚੰਦਰ ਬੋਸ ਸੀ, ਕਿਤੇ ਮਹਾਤਮਾ ਗਾਂਧੀ ਸੀ, ਕਿਤੇ ਸ਼ਹੀਦ ਭਗਤ ਸਿੰਘ ਸੀਗੇ, ਇਹ ਊਧਮ ਸਿੰਘ ਸੀਗੇ, ਸੁਖਦੇਵ ਥਾਪਰ ਸੀ, ਹਾਂਜੀ, ਔਰ ਰਾਜਗੁਰੂ ਸੀ ਮਹਾਰਾਸ਼ਟਰ ਵਾਲਾ, ਉਹਨਾਂ ਦਾ ਮੂਲ ਰੂਪ 'ਚ ਸੰਬੰਧ ਮਹਾਰਾਸ਼ਟਰ ਨਾਲ ਵੀ ਸੀ, ਪੰਜਾਬ ਨਾਲ ਵੀ ਸੀ। ਸੋ ਇਹ ਸਾਰੇ ਲੋਕ ਸੀ। ਹਜ਼ਾਰਾਂ ਸੈਂਕੜੇ ਸ਼ਹੀਦ ਨੇ ਜਿਹੜੇ ਉਹ ਸਾਡੇ ਮੁਲਕ ਦੇ ਨੇ, ਜਿਨ੍ਹਾਂ ਦਾ ਸੰਬੰਧ ਵੱਖ-ਵੱਖ ਹਿੱਸਿਆਂ ਨਾਲ ਸੀ। ਸੋ ਸਾਰੇ ਭਾਰਤੀ ਮੈਂ ਤਾਂ ਕਹਿੰਦਾ ਇਹਨਾਂ ਦੇ DNA 'ਚ ਅੰਦੋਲਨ ਹੈ, ਪਰ ਅੰਦੋਲਨ ਸ਼ਾਂਤੀਪੂਰਵਕ ਨੇ। ਹੁਣ ਕਿਸਾਨਾਂ ਦੇ ਅੰਦੋਲਨ ਬਿਲਕੁਲ ਸ਼ਾਂਤੀਪੂਰਵਕ ਹੈ। ਠੀਕ ਹੈ, 26 ਨੂੰ ਕੁਝ ਲੋਕਾਂ ਨੇ ਵੱਖਰਾ ਰੁਖ ਅਖਤਿਆਰ ਕੀਤਾ ਸੀ ਤੇ ਉਹ ਲੋਕ ਨੇ ਜਿਹੜੇ ਆਪਣੀ ਕਾਰਵਾਈ ਚੱਲ ਰਹੇ ਨੇ, ਪਰ ਜਿਹੜੇ ਸ਼ਾਂਤੀਪੂਰਵਕ ਅੰਦੋਲਨ ਹੋ ਰਹੇ ਨੇ, ਸ਼ਾਂਤੀਪੂਰਵਕ ਅੰਦੋਲਨ ਤਾਂ ਡੈਮੋਕ੍ਰੇਸੀ 'ਚ ਸੁਪਰੀਮ ਕੋਰਟ ਨੇ ਵੀ ਕਿਹਾ ਕਿ ਸ਼ਾਂਤੀਪੂਰਵਕ ਅੰਦੋਲਨ ਤੁਹਾਡਾ ਹੱਕ ਹੈ, ਪਰ ਕਿਸੇ ਨੂੰ ਇਹਦੇ ਨਾਲ ਅਸੁਵਿਧਾ ਨਾ ਹੋਵੇ। ਜਿਹੜੇ ਅੰਦੋਲਨ ਕਰਨ ਵਾਲੇ ਨੇ ਉਹਨਾਂ ਦੀ ਵੀ ਕੁਝ ਜ਼ਿੰਮੇਵਾਰੀ ਹੈ, ਕੁਝ ਕਰਤੱਵ ਹੈ ਉਹਨਾਂ ਦੇ, ਜਿਨ੍ਹਾਂ ਦੀ ਉਹਨਾਂ ਨੂੰ ਪਾਲਣਾ ਕਰਨੀ ਪਊਗੀ। ਸੋ ਕਿਸਾਨਾਂ ਨੂੰ ਇਹਨਾਂ ਗੱਲਾਂ ਨੂੰ ਧਿਆਨ 'ਚ ਰੱਖਦੇ ਹੋਏ ਆਪਣਾ ਅੰਦੋਲਨ ਹੈ ਜਿਹੜਾ
ਅਗਰ ਉਹ ਕਰਨਾ ਚਾਹਣ ਹਜੇ ਅਗਰ ਉਹ ਨਹੀਂ ਚਾਹੁੰਦੇ ਕਿ ਅਸੀਂ ਸਰਕਾਰ ਦੇ ਪ੍ਰਸਤਾਵ 18 ਮਹੀਨੇ ਦੀ ਮੁਅੱਤਲੀ ਦੇ ਉੱਤੇ ਗੱਲ ਨਹੀਂ ਕਰਨੀ ਤਾਂ ਫਿਰ ਉਹ ਆਪਣੇ ਅੰਦੋਲਨ ਨੂੰ ਕਰ ਸਕਦੇ ਨੇ, ਪਰ ਫਸਲ ਖਰਾਬ ਕਰਨੀ ਜਾਂ ਆਪਣੀ ਜ਼ਿੰਦਗੀ ਖਤਮ ਕਰਨੀ ਇਸ ਪਾਸੇ ਨਹੀਂ ਜਾਣਾ ਚਾਹੀਦਾ। ਔਰ ਮੰਤਰੀਆਂ ਨੂੰ ਦੇਖੋ, ਹਰਿਆਣੇ ਦੇ ਮੰਤਰੀ ਨੇ ਕੁਝ ਦਿਨ ਪਹਿਲਾਂ ਇੱਕ ਬਿਆਨ ਦਿੱਤਾ ਸੀ, ਬੜਾ ਮਾੜਾ ਕੌੜਾ ਬਿਆਨ ਦਿੱਤਾ, ਦਲਾਲ ਸਾਹਿਬ ਸੀਗੇ, ਬਾਅਦ 'ਚ ਉਹਨਾਂ ਨੇ ਮਾਫੀ ਮੰਗੀ। ਕੋਈ ਅਜਿਹਾ ਬਿਆਨ ਕੋਈ ਵੀ ਮੰਤਰੀ ਨਾ ਦੇਵੇ ਜਿਸ ਨਾਲ ਬਾਅਦ ਦੇ ਵਿੱਚ ਮਾਫੀ ਮੰਗਣੀ ਪਵੇ। ਔਰ ਜਦੋਂ ਪੱਤਰਕਾਰਾਂ ਕੋਲੇ ਵੱਖ-ਵੱਖ ਲੀਡਰ ਜਾਂਦੇ ਨੇ, ਭਾਵੇਂ ਪੰਜਾਬ ਦੇ ਲੀਡਰ ਵੀ ਨੇ, ਤੇ ਵਿਜੇਂਦਰ ਸਿੰਗਲਾ ਦਾ ਬਿਆਨ ਵੀ ਸੁਣਾਵਾਂਗੇ, ਪੱਤਰਕਾਰ ਸਵਾਲ ਪੁੱਛ ਲੈਂਦੇ ਨੇ। ਸੋ ਵਿਜੇਂਦਰ ਸਿੰਗਲਾ ਨੇ ਵੀ ਮੰਤਰੀ ਦੇ ਬਿਆਨ ਦੇ ਉੱਤੇ ਆਪਣਾ ਜਿਹੜਾ ਰਿਐਕਸ਼ਨ ਹੈ ਗਗਨ ਉਹ ਦਿੱਤਾ ਹੈ। ਸੋ ਬਾਅਦ ਦੇ ਵਿੱਚ ਜਿਹੜੇ ਤੁਸੀਂ ਬਿਆਨ ਸੁਣਾਉਣੇ ਆ ਉਹਦੇ ਵਿੱਚ ਮੈਂ ਚਾਹੂੰਗਾ ਕਿ ਵਿਜੇਂਦਰ ਸਿੰਗਲਾ ਦਾ ਬਿਆਨ ਵੀ ਤੁਸੀਂ ਜ਼ਰੂਰ ਸੁਣਾਓ। ਪਰ ਮੈਂ ਨਾਲ ਗਗਨ ਇਹ ਵੀ ਗੱਲ ਕਹਿ ਦੇਵਾਂ, ਦੇਖੋ ਇਹ ਸਥਿਤੀਆਂ ਨੇ ਜਿਹੜੀਆਂ ਇਹ ਬਹੁਤ ਚੰਗੀਆਂ ਨਹੀਂ ਹੈ ਕਿਸਾਨੀ ਨੂੰ ਲੈ ਕੇ। ਪੰਜਾਬ 'ਚ ਵੀ ਦੇਖ ਲਓ, ਆਹ ਦਸੂਹਾ ਲਾਗੇ ਇੱਕ ਪੁੱਤਰ ਔਰ ਬਾਪ ਦੋਨੇ ਕਿਸਾਨ ਸੀ, ਦੋਵਾਂ ਨੇ ਆਪਣੀ ਜ਼ਿੰਦਗੀ ਖਤਮ ਕਰ ਲਈ ਔਰ ਦੋਵੇਂ ਕਰਜ਼ੇ ਤੋਂ ਔਖੇ ਸੀ। ਸੁਖਬੀਰ ਬਾਦਲ ਜਿਹੜੇ ਅਕਾਲੀ ਦਲ ਦੇ ਪ੍ਰਧਾਨ ਨੇ, ਉਹਨਾਂ ਦੇ ਘਰ ਪਤਾ ਲੈਣ ਵੀ ਗਏ। ਸਥਿਤੀਆਂ ਦਾ ਅੰਦਾਜ਼ਾ ਇਸ ਗੱਲ ਤੋਂ ਲੱਗਦਾ ਕਿ ਪੰਜਾਬ ਦੀ ਕਿਸਾਨੀ ਖੜੀ ਕਿੱਥੇ ਹੈ। ਔਰ ਪੰਜਾਬ ਦੀ ਕਿਸਾਨੀ ਬਹੁਤ ਵੱਡੀ ਗਿਣਤੀ 'ਚ ਕਿਸਾਨ ਸਮੇਂ-ਸਮੇਂ ਤੇ ਆਪਣੀ ਜ਼ਿੰਦਗੀ ਖਤਮ ਕਰ ਰਹੇ ਨੇ, ਕਿਉਂਕਿ ਕਰਜ਼ਾ ਮੋੜਨ ਦਾ ਉਹਨਾਂ ਕੋਲੇ ਸਾਧਨ ਨਹੀਂ। ਔਰ ਕੇਂਦਰ ਦੇ ਨਾਲ ਜੇ ਨਾਰਾਜ਼ਗੀ ਹੈ ਕਿਸਾਨਾਂ ਨੂੰ, ਤੇ ਪੰਜਾਬ ਦੀ ਸਰਕਾਰ ਦੇ ਨਾਲ ਵੀ ਨਾਰਾਜ਼ਗੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਸਾਰਿਆਂ ਦੇ ਕਰਜ਼ੇ ਮਾਫ ਕਰ ਦਿਆਂਗੇ, ਉਹ ਗੱਲਾਂ ਹਜੇ ਅਧੂਰੀਆਂ ਨੇ, ਸਾਰਿਆਂ ਦੇ ਕਰਜ਼ੇ ਮਾਫੀ ਵਾਲੀ ਸਥਿਤੀ ਹੈ ਨਹੀਂ ਪੰਜਾਬ ਦੀ। ਸੋ ਇਸ ਕਰਕੇ ਜਦੋਂ ਚੋਣ ਘੋਸ਼ਣਾ ਪੱਤਰ ਬਣਦੇ ਨੇ ਉਦੋਂ ਉਸ ਹੱਦ ਤੱਕ ਹੀ ਐਲਾਨ ਕੀਤੇ ਜਾਣ, ਅਨਾਉਂਸਮੈਂਟ ਕੀਤੇ ਜਾਣ ਸਰਕਾਰਾਂ ਵੱਲੋਂ, ਜਿਸ ਹੱਦ ਤੱਕ ਵਾਅਦੇ ਪੂਰੇ ਕੀਤੇ ਜਾ ਸਕਣ। ਜਦੋਂ ਪਤਾ ਹੈ ਪੋਲੀਟੀਕਲ ਪਾਰਟੀਆਂ ਨੂੰ ਕਿ ਹਰ ਕਿਸਾਨ ਦਾ ਕਰਜ਼ਾ ਨਹੀਂ ਮਾਫ ਕੀਤਾ ਜਾ ਸਕਦਾ, ਤੇ ਅਜਿਹੀ ਗੱਲ ਨਹੀਂ ਕਹਿਣੀ ਚਾਹੀਦੀ। ਇਸੇ ਗੱਲ ਨੂੰ ਹੁਣ ਸੁਖਬੀਰ ਬਾਦਲ ਉਹਨਾਂ ਨੇ, ਅਕਾਲੀ ਦਲ ਨੇ ਮੁੱਦਾ ਬਣਾਇਆ। ਕੋਰ ਕਮੇਟੀ ਦੀ ਬੈਠਕ ਵੀ ਸੀ ਅਕਾਲੀ ਦਲ ਦੀ, ਕੋਰ ਕਮੇਟੀ ਦੀ ਬੈਠਕ 'ਚ ਵੀ ਅਕਾਲੀ ਦਲ ਨੇ ਮਤਾ ਪਾ ਕੇ ਇਸ ਗੱਲ ਦਾ ਵਿਰੋਧ ਕੀਤਾ। ਸੁਖਬੀਰ ਬਾਦਲ ਦੀ ਮੈਂ ਚਾਹੂੰਗਾ ਇੱਕ ਵਾਰੀ ਗੱਲ ਵੀ ਸੁਣਾ ਦਿਓ, ਔਰ ਨਾਲ ਤੁਸੀਂ ਜਿਹੜੇ ਪੰਜਾਬ ਦੇ ਮੰਤਰੀ ਨੇ ਵਿਜੇਂਦਰ ਸਿੰਗਲਾ, ਉਹਨਾਂ ਦੀ ਗੱਲ ਵੀ ਸੁਣਾ ਦਿਓ। ਉਮੀਦ ਜਾਗ ਪੈਂਦੀ ਕਿ ਹੁਣ ਝੂਠ ਨਹੀਂ ਬੋਲੂਗਾ। ਉਹਨਾਂ ਨੇ ਕੈਪਟਨ ਨੇ ਕੀ ਕਿਹਾ ਸੀ, ਭਾਵੇਂ ਤੁਹਾਡਾ ਬੈਂਕ ਦਾ ਕਰਜ਼ਾ ਹੋਏ, ਆੜਤੀਏ ਦਾ ਕਰਜ਼ਾ ਹੋਏ, ਸੁਸਾਇਟੀ ਦਾ ਕਰਜ਼ਾ ਹੋਏ, ਸਾਰਾ ਮੈਂ ਮੋੜੂੰਗਾ। ਗੁਟਕਾ ਸਾਹਿਬ ਨੂੰ ਸਾਹਮਣੇ ਰੱਖ ਕੇ ਉਹਨੇ ਹੱਥ ਸਹੁੰ ਖਾਧੀ। ਯਾਰ ਗੁਰੂ ਘਰ 'ਚ ਬੰਦਾ ਕਹਿੰਦੇ ਨਾ ਕਿਸੇ ਨੂੰ ਕੋਈ ਝਗੜਾ ਹੋ ਜਾਏ ਤੇ ਆਪਾਂ ਗੁਰੂ ਘਰ ਚੱਲ, ਤੇ ਬੰਦਾ ਝੂਠਾ ਗੁਰੂ ਘਰ ਨਹੀਂ ਜਾਂਦਾ ਕਿਉਂਕਿ ਡਰ ਲੱਗਦਾ। ਇੱਥੇ ਤਾਂ ਗੁਟਕਾ ਸਾਹਿਬ ਦੀ ਝੂਠੀ ਸਹੁੰ ਖਾਧੀ ਹੈ ਤੁਸੀਂ, ਤੇ ਸਾਰੇ ਲੋਕਾਂ ਦੇ ਮਨ 'ਚ ਤੁਸੀਂ ਇੰਨੀ ਉਮੀਦ ਜਗਾ ਦਿੱਤੀ ਜਿਹਦੇ ਕਰਕੇ ਤੁਹਾਡੀ ਸਰਕਾਰ ਬਣੀ ਹੈ। ਘੱਟ ਤੋਂ ਘੱਟ ਆਪਣਾ ਫਰਜ਼ ਤਾਂ ਨਿਭਾਓ। ਸਾਰਾ ਪੰਜਾਬ ਦੇ ਲੋਕ ਕਿਸਾਨ ਦੇ ਇਸ ਸੰਘਰਸ਼ ਦੇ ਵਿੱਚ ਉਸ ਦੇ ਨਾਲ ਖੜੇ ਹੈ, ਕਿਉਂਕਿ ਪੰਜਾਬ ਦਾ ਕਿਸਾਨ ਤੇ ਗਰੀਬ ਮਜ਼ਦੂਰ, ਛੋਟਾ ਦੁਕਾਨਦਾਰ, ਆੜਤੀਆ, ਇਹਨਾਂ ਨੇ ਹਮੇਸ਼ਾ ਪਰਿਵਾਰ ਦੇ ਰੂਪ ਦੇ ਵਿੱਚ ਆਪਣਾ ਕੰਮ ਕੀਤਾ ਹੈ। ਇਹਨਾਂ ਨੇ ਕਦੇ ਵੀ ਆਪਣੇ ਤੇ ਆਪਣੇ ਬੱਚਿਆਂ ਦੀ ਪੇਟ ਦੀ ਪਰਵਾਹ ਨਹੀਂ ਕੀਤੀ, ਔਰ ਇਸ ਦੇਸ਼ ਦਾ ਢਿੱਡ ਭਰਨ ਦਾ ਕੰਮ ਪੰਜਾਬ ਦੀ ਜਨਤਾ ਨੇ ਕੀਤਾ। ਔਰ ਇਸੇ ਕਰਕੇ ਲਗਾਤਾਰ ਪਿਛਲੇ 5-6 ਮਹੀਨਿਆਂ ਤੋਂ ਜੋ ਸੰਘਰਸ਼ ਚੱਲ ਰਿਹਾ, ਪਹਿਲਾਂ ਪੰਜਾਬ 'ਚ ਚੱਲ ਰਿਹਾ ਸੀ ਤੇ ਹੁਣ ਦਿੱਲੀ ਦੇ ਬਾਰਡਰ ਤੇ ਚੱਲ ਰਿਹਾ, ਉਹਦੇ ਵਿੱਚ ਪੰਜਾਬ ਸਰਕਾਰ ਨੇ, ਕੈਪਟਨ ਅਮਰਿੰਦਰ ਸਿੰਘ ਜੀ ਦੀ ਕਾਂਗਰਸ ਪਾਰਟੀ ਦੀ ਸਰਕਾਰ ਨੇ ਉਸ ਸੰਘਰਸ਼ ਨੂੰ ਜ਼ੋਰਦਾਰ ਤਰੀਕੇ ਨਾਲ ਹਮੇਸ਼ਾ ਪਹਿਲੇ ਦਿਨ ਤੋਂ ਸਪੋਰਟ ਕੀਤਾ ਹੈ। ਡੱਲਾ ਸਾਹਿਬ, ਉੱਧਰ ਦੂਜੇ ਪਾਸੇ ਕਿਸਾਨੀ ਅੰਦੋਲਨ ਨੂੰ ਲੈ ਕੇ ਇੱਕ ਪਾਸੇ ਸਿੰਘੂ ਬਾਰਡਰ ਦੀ ਚਰਚਾ ਹੈ ਤੇ ਚਰਚਾ ਦੇ ਵਿੱਚ ਟੇਕਰੀ ਬਾਰਡਰ ਵੀ ਹੈ, ਕਿਉਂਕਿ ਟੇਕਰੀ ਬਾਰਡਰ ਦੇ ਉੱਤੇ ਦਿੱਲੀ ਪੁਲਿਸ ਦੇ ਵੱਲੋਂ ਨੋਟਿਸ ਲਾਇਆ ਗਿਆ ਹੈ, ਜਿਸ ਨੋਟਿਸ ਨੂੰ ਲੈ ਕੇ ਵੀ ਹੁਣ ਚਰਚਾਵਾਂ ਕਾਫੀ ਤੇਜ਼ ਨੇ ਕਿ ਅੰਦੋਲਨ ਨੂੰ ਉੱਥੋਂ ਜਿਹੜਾ ਉੱਥੇ ਮਜਮਾ ਸ਼ਬਦ ਵੀ ਵਰਤਿਆ ਗਿਆ, ਜੋ ਇਕੱਠ ਹੈ ਉਸ ਨੂੰ ਖਤਮ ਕੀਤਾ ਜਾਵੇ, ਉਸ ਇਕੱਠ ਨੂੰ, ਕਿਉਂਕਿ ਉਹ ਗੈਰ ਕਾਨੂੰਨੀ ਦੱਸਿਆ ਜਾ ਰਿਹਾ, ਜੋ ਪੋਸਟਰ ਲੱਗਿਆ, ਜੋ ਨੋਟਿਸ ਲੱਗਿਆ। ਇਸ ਨੋਟਿਸ ਨੂੰ ਤੁਸੀਂ ਕਿੱਦਾਂ ਵੇਖ ਰਹੇ ਹੋ? ਦੇਖੋ ਇਹ ਪੁਲਿਸ ਹੈ, ਪੁਲਿਸ ਕੋਲੇ ਆਪਣੇ ਅਧਿਕਾਰ ਨੇ। ਦੇਖੋ ਇੱਕ ਗੱਲ ਤਾਂ ਗਗਨ ਹੈ ਜਿਹੜੀ ਸਪਸ਼ਟ ਹੈ ਕਿ ਭਾਵੇਂ ਕੌਮੀ ਸ਼ਾਹਰਾਹ ਹੈ, ਨੈਸ਼ਨਲ ਹਾਈਵੇ ਹੈ ਜਾਂ ਖੇਤਰੀ ਹਾਈਵੇ ਹੈ, ਕਿਸੇ ਦੇ ਉੱਤੇ ਵੀ ਅਸੀਂ ਅਣਮਿੱਥੇ ਸਮੇਂ ਲਈ ਜਾਮ ਨਹੀਂ ਲਾ ਸਕਦੇ। ਹੁਣ ਇਹ ਇੱਕ ਕਾਨੂੰਨੀ ਗੱਲ ਹੈ, ਸ਼ੁੱਧ ਕਾਨੂੰਨੀ ਗੱਲ ਹੈ। ਇਹ ਮੈਨੂੰ ਲੱਗਦਾ ਇਹਦਾ ਜਿਹੜਾ ਫੈਸਲਾ ਹੈ ਉਹ ਸੁਪਰੀਮ ਕੋਰਟ ਕਰੂਗੀ ਆਉਣ ਵਾਲੇ ਸਮੇਂ ਦੇ ਵਿੱਚ, ਕਿਉਂਕਿ ਇਹ ਗੱਲ ਸੁਪਰੀਮ ਕੋਰਟ ਤੱਕ ਜਾਊਗੀ। ਪਰ ਦਿੱਲੀ ਪੁਲਿਸ ਹੈ ਜਿਹੜੀ ਉਹ ਆਪਣੇ ਵੱਲੋਂ ਕਾਨੂੰਨੀ ਕਾਰਵਾਈਆਂ ਅਜਿਹੀਆਂ ਕਰ ਰਹੀ ਹੈ ਤਾਂ ਕਿ ਕੱਲ੍ਹ ਨੂੰ ਅਗਰ ਇਹ ਮਾਮਲੇ ਅਦਾਲਤਾਂ ਦੇ ਵਿੱਚ ਜਾਣ ਤੇ ਜਿਹੜੇ ਜ਼ਿੰਮੇਦਾਰ ਅਫਸਰ ਨੇ ਜਦੋਂ ਉਹਨਾਂ ਨੂੰ ਪੁੱਛਿਆ ਜਾਊ ਤੇ ਉਹ ਦੱਸ ਸਕਣ ਵੀ ਦੇਖੋ ਜੀ ਅਸੀਂ ਤਾਂ ਆਪਣੇ ਵੱਲੋਂ ਨੋਟਿਸ ਵੀ ਲਾਏ ਸੀ, ਅਸੀਂ ਤਾਂ ਸਮੇਂ-ਸਮੇਂ ਤੇ ਆਪਣੇ ਵੱਲੋਂ ਕਿਸਾਨਾਂ ਨੂੰ ਜਾਗਰੂਕ ਕਰਦੇ ਰਹੇ, ਅਸੀਂ ਤਾਂ ਸਮੇਂ-ਸਮੇਂ ਤੇ ਕਹਿੰਦੇ ਰਹੇ ਵੀ ਧਰਨੇ ਨਾ ਲਾਓ। ਪਰ ਇਹ ਗੱਲ ਪਹਿਲਾਂ ਵੀ ਅਦਾਲਤ 'ਚ ਜਿਹੜੇ ਸਰਕਾਰੀ ਵਕੀਲ ਨੇ ਸਰਕਾਰ ਦੇ, ਉਹਨਾਂ ਨੇ ਕਹੀ ਸੀ ਕਿ ਕਿਸਾਨਾਂ ਨੂੰ ਜ਼ਬਰਦਸਤੀ ਉੱਥੋਂ ਹਟਾਉਣ ਦਾ ਸਾਡਾ ਕੋਈ ਹਜੇ ਇਰਾਦਾ ਨਹੀਂ ਹੈ। ਸੁਪਰੀਮ ਕੋਰਟ 'ਚ ਬਹੁਤ ਸ਼ੁਰੂ 'ਚ ਉਹਨਾਂ ਨੇ ਕਹਿਤਾ ਸੀ ਕਿ ਕਿਸੇ ਤਰ੍ਹਾਂ ਦੀ ਉੱਥੇ ਜਿਹੜੀ ਪੁਲਿਸ ਦੀ ਕਾਰਵਾਈ ਕਰਨ ਦੀ ਵੀ ਹਜੇ ਕੋਈ ਮਨਸ਼ਾ ਨਹੀਂ ਹੈ। ਸੋ ਇਸ ਕਰਕੇ ਮੈਨੂੰ ਲੱਗਦਾ ਇਹ ਜਿਹੜੇ ਨੋਟਿਸ ਵਗੈਰਾ ਨੇ, ਇਹ ਜਿਹੜੀ ਰੂਟੀਨ ਦੀ ਕਾਰਵਾਈ ਹੁੰਦੀ ਹੈ ਪੁਲਿਸ ਦੀ, ਇਹ ਉਹਦਾ ਹਿੱਸਾ ਹੈ। ਔਰ ਅਗਰ ਪੁਲਿਸ ਕੋਈ ਅਜਿਹੀ ਕਾਰਵਾਈ ਕਰੂਗੀ, ਮੈਨੂੰ ਲੱਗਦਾ ਉਸ ਤੋਂ ਪਹਿਲਾਂ ਵੀ ਜਿਹੜਾ ਬਣਦੀ ਪ੍ਰਕਿਰਿਆ ਉਹ ਪੁਲਿਸ ਨੂੰ ਅਪਣਾਉਣੀ ਪਊਗੀ, ਨੋਟਿਸ ਕਰਨੇ ਪੈਣਗੇ, ਬੁਨਿਆਦੀ ਕਰਾਉਣੀ ਪਊਗੀ, ਜਿਹੜੇ ਸੰਬੰਧਿਤ ਮੈਜਿਸਟ੍ਰੇਟ ਨੇ ਉਹਨਾਂ ਵੱਲੋਂ ਸਾਰੀਆਂ ਪਰਮਿਸ਼ਨਾਂ, ਹੁਕਮ
ਔਰ ਲਗਾਤਾਰ ਉੱਥੇ ਲਾਊਡ ਸਪੀਕਰਾਂ ਤੇ ਅਨਾਉਂਸਮੈਂਟ ਕੀਤੀ ਜਾਣੀ ਪੈਣੀ ਹੈ। ਸੋ ਇਹਦੇ ਲਈ ਵੀ ਇੱਕ ਲੰਮੀ ਪ੍ਰਕਿਰਿਆ ਹੁੰਦੀ ਹੈ। ਪਰ ਮੈਨੂੰ ਇਹ ਲੱਗਦਾ ਕਿ ਜਿਹੜਾ ਪੋਸਟਰ ਹੈ, ਇਹ ਪੋਸਟਰ ਲਾਉਣ ਨਾਲ ਇੱਕ ਗੱਲ ਤੈਅ ਹੈ ਕਿ ਪੁਲਿਸ ਵੀ ਆਪਣੇ ਵੱਲੋਂ ਜਿਹੜੀਆਂ ਜ਼ਰੂਰੀ ਕਾਨੂੰਨੀ ਜਿਹੜੇ ਨੁਕਤੇ ਨੇ ਉਹਨਾਂ ਨੂੰ ਅਪਣਾ ਰਹੀ ਹੈ, ਕਾਨੂੰਨੀ ਜਿਹੜੀਆਂ ਰੂਲਸ ਨੇ, ਫਾਰਮੈਲਿਟੀਜ਼ ਨੇ, ਉਹਨਾਂ ਨੂੰ ਪੂਰਾ ਕਰ ਰਹੀ ਹੈ, ਤਾਂ ਕਿ ਕੱਲ੍ਹ ਨੂੰ ਦਿੱਲੀ ਪੁਲਿਸ ਦੇ ਉੱਤੇ ਵੀ ਜਦੋਂ ਅਦਾਲਤਾਂ 'ਚ ਮਾਮਲੇ ਜਾਣੇ ਨੇ ਤਾਂ ਸਵਾਲ ਨਾ ਖੜੇ ਹੋਣ। ਕਿਉਂਕਿ ਆਪਾਂ 26 ਜਨਵਰੀ ਦੇ ਮਾਮਲੇ ਦੇਖੇ ਨੇ, 26 ਜਨਵਰੀ ਨੂੰ ਜੋ ਕੁਝ ਵਾਪਰਿਆ ਉਸ ਤੋਂ ਬਾਅਦ ਵੀ ਦਿੱਲੀ ਪੁਲਿਸ ਤੇ ਕਈ ਤਰ੍ਹਾਂ ਦੇ ਸਵਾਲ ਖੜੇ ਹੋਏ ਸੀ। ਹਾਲਾਂਕਿ ਦਿੱਲੀ ਪੁਲਿਸ ਦੇ ਅਫਸਰ ਬਾਰ-ਬਾਰ ਕਹਿੰਦੇ ਰਹੇ ਕਿ ਸਾਡੇ ਵੱਲੋਂ ਨਰਮੀ ਦਿਖਾਈ ਗਈ, ਸਾਡਾ ਮਕਸਦ ਜਿਹੜਾ ਸੀਗਾ ਉਹ ਕਿਸੇ ਤਰ੍ਹਾਂ ਦੀ ਪਹਿਲ ਕਰਨਾ ਨਹੀਂ ਸੀ। ਚਲੋ ਇਹ ਵੀ ਮਾਮਲੇ ਨੇ ਜਿਹੜੇ ਹੁਣ ਅਦਾਲਤਾਂ 'ਚ ਨੇ, ਵੱਖ-ਵੱਖ ਅਦਾਲਤਾਂ 'ਚ ਨੇ ਮਾਮਲੇ 26 ਜਨਵਰੀ ਦੇ। ਕਈ ਲੋਕਾਂ ਦੀਆਂ ਜਿਹੜੀਆਂ ਨੇ ਉਹ ਜ਼ਮਾਨਤਾਂ ਵੀ ਹੋਈਆਂ ਨੇ, ਇੱਕ ਤੋਂ ਬਾਅਦ ਇੱਕ ਜ਼ਮਾਨਤਾਂ ਵੀ ਹੋ ਰਹੀਆਂ ਨੇ। ਅੱਜ ਵੀ ਕੁਝ ਜ਼ਮਾਨਤਾਂ ਹੋਈਆਂ ਨੇ, ਉਹਨਾਂ ਦੇ ਉੱਤੇ ਮਨਜਿੰਦਰ ਸਿੰਘ ਸਿਰਸਾ ਨੇ ਜਿਹੜੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਨੇ, ਉਹਨਾਂ ਨੇ ਆਪਣਾ ਪ੍ਰਤੀਕਰਮ ਦਿੱਤਾ। ਮਨਜਿੰਦਰ ਸਿੰਘ ਸਿਰਸਾ ਦੀ ਗੱਲ ਵੀ ਇੱਕ ਵਾਰੀ ਸੁਣਾ ਦਿਓ। ਇਹਦੇ ਵਿੱਚ ਵੀ ਕੋਈ ਦੋ ਰਾਏ ਨਹੀਂ ਹੈ ਗਗਨ। ਮਨਜਿੰਦਰ ਸਿੰਘ ਸਿਰਸਾ ਕਾਫੀ ਸਰਗਰਮ ਰਹੇ ਨੇ ਔਰ ਹੋਰ ਵਕੀਲ ਸਾਹਿਬਾਨ ਜਿਹੜੇ ਨੌਜਵਾਨਾਂ ਨੂੰ ਜੇਲ੍ਹ ਦੇ ਵਿੱਚ ਭੇਜਿਆ ਗਿਆ ਸੀ ਉਹਨਾਂ ਦੀਆਂ ਜ਼ਮਾਨਤਾਂ 'ਚ ਸਰਗਰਮ ਨੇ, ਔਰ ਮਨਜਿੰਦਰ ਸਿਰਸਾ ਵੀ ਨਾਲ ਸਰਗਰਮ ਨੇ ਜੀ। ਗੱਲਬਾਤ ਮਨਜਿੰਦਰ ਸਿਰਸਾ ਉਹਨਾਂ ਦੀ ਸੁਣਦੇ ਹਾਂ ਤੇ ਉਸ ਤੋਂ ਬਾਅਦ ਦੀਪ ਸਿੱਧੂ ਦੀ ਪੇਸ਼ੀ ਦੇ ਵੱਲ ਵਧਾਂਗੇ। ਅੱਜ ਬੜੀ ਇਤਿਹਾਸਿਕ ਜਿੱਤ ਮਿਲੀ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੂੰ, ਜਦੋਂ FIR ਨੰਬਰ 49 ਜਿਹੜੀ ਕਿ ਪੁਲਿਸ ਸਟੇਸ਼ਨ ਅਲੀਪੁਰ ਦੀ ਹੈ, ਜਿਸ ਦੇ ਅੰਦਰ 33 ਲੋਕਾਂ ਨੂੰ ਅਰੈਸਟ ਕੀਤਾ ਗਿਆ ਸੀ ਔਰ ਰਣਜੀਤ ਸਿੰਘ ਨੂੰ ਜਿਹਦੇ ਅੰਦਰ ਅਰੈਸਟ ਕੀਤਾ ਗਿਆ ਸੀਗਾ, ਉਸ ਦੇ ਅੰਦਰ ਅੱਜ ਜਦੋਂ ਜ਼ਮਾਨਤ ਹੋਈ। ਓਵਰਸੀਅਰ ਜੋ ਕਿ ਉਸ FIR ਦਾ ਹੀ ਅੰਦਰ ਇੱਕ ਮੁਜਰਮ ਬਣਾਇਆ ਗਿਆ ਸੀਗਾ ਔਰ ਨਜਾਇਜ਼ ਉਹਨੂੰ ਅਰੈਸਟ ਕੀਤਾ ਗਿਆ ਸੀ। ਅੱਜ ਕੋਰਟ ਨੇ ਉਸ ਦੀ ਜ਼ਮਾਨਤ ਐਕਸੈਪਟ ਕੀਤੀ ਔਰ 2 ਲੋਕਾਂ ਦੀ ਜ਼ਮਾਨਤ ਜਦੋਂ ਐਕਸੈਪਟ ਹੋਈ, ਇਹਦੇ ਨਾਲ ਬਾਕੀ 31 ਲੋਕਾਂ ਦਾ ਵੀ ਰਸਤਾ ਜਿਹੜਾ ਉਹ ਜ਼ਮਾਨਤ ਦਾ ਸਾਫ਼ ਹੋਇਆ। ਇਹ ਬਹੁਤ ਵੱਡੀ ਸਾਡੇ ਲਈ ਇੱਕ ਜਿੱਤ ਆ। ਔਰ ਨਾਲ ਹੀ ਜਿਨ੍ਹਾਂ ਲੋਕਾਂ ਨੂੰ ਨੋਟਿਸ ਦਿੱਤੇ ਜਾ ਰਹੇ ਸੀ, ਅੱਜ ਐਂਟੀਸਪੇਟਰੀ ਬੇਲ ਵੀ ਐਕਸੈਪਟ ਹੋ ਗਈ ਉਹਨਾਂ ਦੀ। ਸੋ ਮੈਂ ਸਮਝਦਾ ਹਾਂ ਕਿ ਜਿਹੜੀ ਕਿਸਾਨੀ ਇੱਕ ਅੰਦੋਲਨ ਦੇ ਅੰਦਰ ਜ਼ਬਰਦਸਤੀ ਲੋਕਾਂ ਨੂੰ ਫਸਾਇਆ ਜਾ ਰਿਹਾ ਕੇਸਾਂ ਦੇ ਅੰਦਰ, ਉਹਦੇ ਵਾਸਤੇ ਇੱਕ ਬਹੁਤ ਵੱਡੀ ਜਿੱਤ ਆ। ਤੇ ਡੱਲਾ ਸਾਹਿਬ, ਉਧਰ ਦੀਪ ਸਿੱਧੂ ਦੀ ਪੇਸ਼ੀ ਵੀ ਅੱਜ ਹੋ ਸਕਦੀ ਹੈ। ਉਮੀਦ ਹੈ ਕਿ ਅੱਜ ਦੀਪ ਸਿੱਧੂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾ ਸਕਦਾ 30 ਹਜ਼ਾਰੀ ਦੇ ਵਿੱਚ, ਕਿਉਂਕਿ ਜੇਕਰ ਪਿਛਲੀ ਵਾਰ ਦੀ ਗੱਲ ਕਰੀਏ ਤਾਂ ਸਵੇਰੇ ਪੇਸ਼ ਕਰ ਸਿੱਧਾ ਜੱਜ ਦੇ ਘਰ ਹੀ ਪੇਸ਼ ਕਰ ਦਿੱਤਾ ਗਿਆ ਸੀ, ਉੱਥੋਂ ਹੀ ਜਿਹੜਾ ਰਿਮਾਂਡ ਲੈ ਲਿਆ ਗਿਆ ਸੀ। ਪਰ ਅੱਜ ਕੀ ਲੱਗ ਰਿਹਾ ਤੁਹਾਨੂੰ ਕਿ ਜੇਕਰ ਅੱਜ ਪੇਸ਼ੀ ਹੁੰਦੀ ਆ ਤਾਂ 30 ਹਜ਼ਾਰੀ ਕੋਰਟ ਦੇ ਵਿੱਚ ਲਿਆ ਜਾਂਦਾ, ਜਾਂ ਫਿਰ ਅੱਜ ਫਿਰ ਸੁਰੱਖਿਆ ਕਾਰਨਾਂ ਨੂੰ ਦੱਸਦੇ ਹੋਏ ਪੁਲਿਸ ਫਿਰ ਦੀਪ ਸਿੱਧੂ ਨੂੰ ਉੱਥੇ ਹੀ ਪੇਸ਼ ਕਰ ਸਕਦੀ ਹੈ ਜਿੱਥੇ ਪਿਛਲੀ ਤਰੀਕਾਂ ਦੇ ਵਿੱਚ ਕੀਤਾ ਗਿਆ? ਦੇਖੋ, ਇਹ ਤਾਂ ਸ਼ੁੱਧ ਰੂਪ ਦੇ ਵਿੱਚ ਦੇਖੋ ਪੁਲਿਸ ਦਾ ਫੈਸਲਾ ਹੈ। ਮੈਨੂੰ ਇਹ ਲੱਗਦਾ ਹੈ ਕਿ ਡਿਊਟੀ ਮੈਜਿਸਟ੍ਰੇਟ ਨੂੰ ਵੀ ਪੇਸ਼ ਕੀਤਾ ਜਾ ਸਕਦਾ ਹੈ, 30 ਹਜ਼ਾਰੀ ਕੋਰਟ ਦੇ ਵਿੱਚ ਵੀ ਪੇਸ਼ ਕੀਤਾ ਜਾ ਸਕਦਾ ਹੈ। ਇਹ ਪੁਲਿਸ ਦਾ ਅਧਿਕਾਰ ਖੇਤਰ ਹੁੰਦਾ ਹੈ ਕਿ ਕਿੱਥੇ ਪੁਲਿਸ ਹੈ ਜਿਹੜੀ ਤੁਰੰਤ ਆਪਣੀ ਨਿਯਮ ਮੁਤਾਬਕ ਔਰ ਸਹੂਲਤ ਮੁਤਾਬਕ ਕਿਸੇ ਵੀ ਮੁਲਜ਼ਮ ਨੂੰ ਪੇਸ਼ ਕਰਦੀ ਹੈ। ਸੋ ਕੀ ਅੱਜ ਹੀ ਪੇਸ਼ ਕੀਤਾ ਜਾਂਦਾ ਹੈ? ਕਿਉਂਕਿ ਪਿਛਲੀ ਵਾਰੀ ਮੈਨੂੰ ਲੱਗਦਾ 16 ਫਰਵਰੀ ਨੂੰ ਦੀਪ ਸਿੱਧੂ ਨੂੰ ਪੇਸ਼ ਕੀਤਾ ਗਿਆ ਸੀ, ਜਦੋਂ ਫਿਰ 7 ਦਿਨ ਦੇ ਪੁਲਿਸ ਰਿਮਾਂਡ ਤੇ ਭੇਜਿਆ ਗਿਆ ਸੀ। ਸੋ ਅਗਰ 16 ਦੇ ਵਿੱਚ 7 ਜੋੜੀਏ ਤਾਂ ਅੱਜ 7ਵਾਂ ਦਿਨ ਬਣਦਾ। ਸੋ ਅੱਜ 23 ਤਰੀਕ ਹੋ ਗਈ ਹੈ, 23 ਫਰਵਰੀ ਹੈ, 7ਵਾਂ ਦਿਨ ਬਣਦਾ। ਸੋ ਹੋ ਸਕਦਾ ਹੈ ਕਿ ਦੀਪ ਸਿੱਧੂ ਨੂੰ ਅੱਜ ਪੇਸ਼ ਕੀਤਾ ਜਾਵੇ। ਅਗਰ ਕੱਲ ਦਾ ਦਿਨ ਪੇਸ਼ੀ ਦਾ ਬਣਦਾ ਹੋਇਆ ਤੇ ਫਿਰ ਕੱਲ ਵੀ ਦੀਪ ਸਿੱਧੂ ਨੂੰ ਪੇਸ਼ ਕੀਤਾ ਜਾ ਸਕਦਾ। ਬਾਕੀ ਵੇਖਦੇ ਹਾਂ ਕਿ ਦੀਪ ਸਿੱਧੂ ਦੀ ਜਦੋਂ ਪੇਸ਼ੀ ਹੁੰਦੀ ਹੈ ਅੱਜ ਜਾਂ ਕੱਲ, ਉਸ ਤੋਂ ਬਾਅਦ ਉਹਦਾ ਨਤੀਜਾ ਕਿਸ ਰੂਪ 'ਚ ਆਉਂਦਾ ਹੈ। ਕੀ ਅਦਾਲਤ ਦੁਬਾਰਾ ਪੁਲਿਸ ਰਿਮਾਂਡ ਦੇ ਉੱਤੇ ਦੀਪ ਸਿੱਧੂ ਨੂੰ ਭੇਜਦੀ ਹੈ ਜਾਂ ਜੁਡੀਸ਼ੀਅਲ ਕਸਟਡੀ ਦੇ ਉੱਤੇ ਦੀਪ ਸਿੱਧੂ ਨੂੰ ਭੇਜਿਆ ਜਾਂਦਾ ਹੈ। ਸੋ ਇਸ ਤੋਂ ਇਲਾਵਾ ਲੱਖਾ ਸਿਧਾਣਾ, ਦੇਖੋ ਹਜੇ ਵੀ ਜਿਹੜੇ ਹੈਗੇ ਨੇ ਲੱਖਾ ਸਿਧਾਣਾ, ਉਹਨਾਂ ਨੇ ਜਿਹੜਾ ਕੈਪਟਨ ਅਮਰਿੰਦਰ ਸਿੰਘ ਦਾ ਵੀ ਪਿੰਡ ਹੈ ਬਠਿੰਡਾ ਜ਼ਿਲ੍ਹੇ ਦੇ ਵਿੱਚ ਮਹਿਰਾਜ। ਸੋ ਪਤਾ ਲੱਗਿਆ ਅੱਜ ਉੱਥੇ ਉਹ ਵੀ ਇਕੱਠ ਕਰਨ ਵਾਲੇ ਨੇ। 23 ਫਰਵਰੀ ਦੀ ਉਹਨਾਂ ਦੀ ਕਾਲ ਸੀ। ਬਾਕੀ ਪਤਾ ਨਹੀਂ ਕਿ ਉਹਨਾਂ ਨੂੰ ਕੋਈ ਮਨਜ਼ੂਰੀ 'ਚ ਰੁਕਾਵਟ ਤਾਂ ਨਹੀਂ ਹੋਈ ਕਿ ਅੱਜ ਉਹ ਇਕੱਠ ਕਰਦੇ ਨੇ ਜਾਂ ਨਹੀਂ ਕਰਦੇ। ਜੋ ਵੀ ਰੁੱਖ ਹੋਊਗਾ, ਅੱਜ ਸ਼ਾਮ ਦੇ ਆਪਾਂ ਜਿਹੜਾ ਐਨਾਲਿਸਿਸ ਦਾ ਪ੍ਰੋਗਰਾਮ ਹੈ ਉਹਦੇ ਵਿੱਚ ਲੱਖੇ ਸਿਧਾਣੇ ਵਾਲਾ ਪ੍ਰੋਗਰਾਮ ਹੈ ਜਿਹੜਾ, ਉਹਦਾ ਵੀ ਜ਼ਿਕਰ ਕਰਾਂਗੇ। ਪਰ ਇਹ ਪੂਰੇ ਮਸਲਿਆਂ ਦੇ ਉੱਤੇ ਪੰਜਾਬ ਦੇ ਵਿੱਚ ਵੀ ਸਿਆਸਤ ਹੈ ਜਿਹੜੀ ਕਾਫੀ ਜ਼ਿਆਦਾ ਗਰਮ ਹੈ। ਭਾਵੇਂ ਵੱਖ-ਵੱਖ ਨੌਜਵਾਨਾਂ ਦੇ ਮਸਲੇ ਨੇ। ਦੇਖੋ, ਸੁਖਪਾਲ ਖਹਿਰਾ ਉਹਨਾਂ ਨੇ ਵੀ ਮੀਟਿੰਗ ਕੀਤੀ ਹੈ, ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ। ਸੁਖਪਾਲ ਖਹਿਰਾ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਦੀਪ ਸਿੱਧੂ, ਲੱਖਾ ਸਿਧਾਣਾ ਜਾਂ ਹੋਰ ਨੌਜਵਾਨ ਨੇ ਜਿਹੜੇ, ਉਹਨਾਂ ਬਾਰੇ ਗੱਲ ਕੀਤੀ ਹੈ। ਔਰ ਜਿਹੜੇ ਨੌਜਵਾਨ ਕਿਸਾਨ ਨੇ ਜਿਹੜੇ, ਸੁਖਪਾਲ ਖਹਿਰਾ ਕਿਤੇ ਨਾ ਕਿਤੇ ਨੌਜਵਾਨ ਕਿਸਾਨਾਂ ਦਾ ਇਸ ਗੱਲੋਂ ਸਾਥ ਵੀ ਦੇਣਾ ਚਾਹੁੰਦੇ ਨੇ, ਉਹਨਾਂ ਨੂੰ ਸਾਥ ਵੀ ਜੋੜਨਾ ਚਾਹੁੰਦੇ ਨੇ ਤਾਂ ਕਿ ਉਹ ਖੇਤੀ ਦੀ ਅਹਿਮੀਅਤ ਨੂੰ ਸਮਝਣ, ਭਵਿੱਖ 'ਚ ਖੇਤੀਬਾੜੀ 'ਚ ਆਉਣ ਔਰ ਇਹਨਾਂ ਕਾਨੂੰਨਾਂ ਬਾਰੇ ਵੀ ਉਹ ਗੰਭੀਰਤਾ ਦੇ ਨਾਲ ਸਮਝਣ। ਸੋ ਸੁਖਪਾਲ ਖਹਿਰਾ ਦੀ ਵੀ ਇੱਕ ਵਾਰੀ ਜਿਹੜੀ ਗੱਲ ਹੈ ਉਹ ਜ਼ਰੂਰ ਸੁਣਾ ਦਿਓ। ਆਉਣ ਵਾਲੇ ਦਿਨਾਂ 'ਚ ਕਿਸਾਨ ਸੰਯੁਕਤ ਮੋਰਚੇ ਦੇ ਆਗੂਆਂ ਨਾਲ ਮਿਲ ਬੈਠ ਕੇ ਉਹਨਾਂ ਦੇ ਮਸ਼ਵਰੇ ਦੇ ਨਾਲ ਯਤਨ ਕਰਾਂਗੇ ਕਿ ਪੰਜਾਬ ਦੇ ਵਿੱਚ ਇੱਕ ਯੂਨੀਫਾਈਡ ਕਾਲ, ਕਿਉਂਕਿ ਹੁਣ ਕੀ ਹੋ ਰਿਹਾ ਕਿ ਆਪ ਮੁਹਾਰੇ ਨੌਜਵਾਨ, ਕੱਲ ਮਹਿਰਾਜ ਵਿੱਚ ਕਾਲ ਆਈ ਹੋਈ ਹੈ, ਉਸ ਤੋਂ ਪਹਿਲਾਂ ਅਟਾਰੀ ਬਾਰਡਰ ਤੇ ਮੋਟਰਸਾਈਕਲ ਮਾਰਚ ਕੱਢਿਆ ਗਿਆ, ਕੱਲ ਉਦੇਕਰਨ ਪਿੰਡ ਦੇ ਨੌਜਵਾਨਾਂ ਨੇ ਤੇ ਕੁਝ ਲੋਕਾਂ ਨੇ ਇਲਾਕੇ ਨੇ ਰਲ ਕੇ ਉੱਥੇ ਕੱਢਿਆ। ਸਮਰਾਲੇ ਪ੍ਰਪੋਜ਼ਡ ਇੱਕ ਮਾਰਚ ਹੈ, ਪ੍ਰੋਟੈਸਟ ਮਾਰਚ।
ਰਾਦਰ ਦੈਨ ਹੈਵਿੰਗ ਇਟ ਇਨ ਅ ਡਿਸਆਰਗੇਨਾਈਜ਼ਡ ਮੈਨਰ। ਅਗਰ ਕਿਸਾਨ ਸੰਯੁਕਤ ਮੋਰਚਾ ਜਿੱਥੇ ਉਹ ਕਿਸਾਨਾਂ ਦੇ 3 ਕਾਨੂੰਨਾਂ ਦੀ ਲੜਾਈ ਲੜ ਰਹੇ ਨੇ, ਅਸੀਂ ਸਹਿਮਤ ਹੈ, ਉਹ ਫੋਕਸ ਲੜਾਈ ਆ, ਪਰ ਜਿਹੜਾ ਇੱਕ ਨਤੀਜੇ ਵਜੋਂ ਜਦੋਂ ਕੋਈ ਪ੍ਰੋਟੈਸਟ ਹੁੰਦਾ, ਜਦੋਂ 82-83 ਵਿੱਚ ਕਪੂਰੀ ਮੋਰਚਾ ਲੱਗਿਆ ਪਾਣੀਆਂ ਦਾ, ਜਾਂ ਬਾਅਦ 'ਚ ਧਰਮਯੁੱਧ ਮੋਰਚਾ ਲੱਗਿਆ, ਮੋਰਚਾ 3 ਕਾਨੂੰਨ ਆਪਣੀ ਜਗ੍ਹਾ ਤੇ ਨੇ। ਸੋ ਇਹ ਖਾਸ ਬਿਆਨ ਨੇ ਜੋ ਤੁਸੀਂ ਸੁਣੇ ਨੇ। ਤੇ ਹੁਣ ਜੇਕਰ ਪੰਜਾਬ ਦੀ ਸਿਆਸਤ ਦੀ ਡੱਲਾ ਸਾਹਿਬ ਗੱਲ ਕਰੀਏ ਤਾਂ ਪੰਜਾਬ ਦੀ ਸਿਆਸਤ ਦੇ ਵਿੱਚ 2-3 ਚਰਚਾਵਾਂ ਕਾਫੀ ਤੇਜ਼ ਹੋ ਚੁੱਕੀਆਂ ਨੇ, ਕਿਉਂਕਿ ਹਰੀਸ਼ ਰਾਵਤ ਹੋਣਾ ਦੀ ਬੈਠਕ ਹੋਈ ਹੈ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ। ਪੰਜਾਬ ਦੇ ਮਾਮਲਿਆਂ ਦੇ ਇੰਚਾਰਜ ਨੇ ਕਾਂਗਰਸ ਦੇ, ਇਸ ਕਰਕੇ ਨਵਜੋਤ ਸਿੰਘ ਸਿੱਧੂ ਦੀ ਚਰਚਾ ਜੁੜਨੀ ਸੁਭਾਵਿਕ ਸੀ। ਸੋ ਹੁਣ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਕੈਬਨਿਟ ਬੈਠਕ ਹੁੰਦੀ ਹੈ ਤੇ ਪੰਜਾਬ ਦੀ ਕੈਬਨਿਟ ਦੇ ਵਿੱਚ ਫੇਰ ਬਦਲ ਹੋ ਸਕਦਾ ਹੈ। ਕੀ ਲੱਗ ਰਿਹਾ ਜਿਹੜਾ ਹੁਣ ਜੋ ਫੇਰ ਬਦਲ ਹੋ ਗਿਆ ਉਹ ਚੋਣਾਂ ਨੂੰ ਮੱਦੇਨਜ਼ਰ ਰੱਖ ਕੇ ਕੀਤਾ ਜਾ ਸਕਦਾ ਹੈ ਫੇਰ ਬਦਲ, ਕਿਉਂਕਿ ਪੰਜਾਬ ਦੇ ਵਿਧਾਨ ਸਭਾ ਦਾ ਸੈਸ਼ਨ ਵੀ 1 ਮਾਰਚ ਤੋਂ ਹੋਣ ਜਾ ਰਿਹਾ। ਇਹਨੂੰ ਸਾਰੇ ਤੁਸੀਂ ਕਿੱਦਾਂ ਦੇਖੋ? ਫੇਰ ਬਦਲ ਕਾਫੀ ਸਮੇਂ ਦਾ ਲੰਬਿਤ ਚੱਲ ਰਿਹਾ ਸੀ ਔਰ ਇਹ ਸੰਕੇਤ ਮਿਲੇ ਨੇ ਕਿ ਵਿਧਾਨ ਸਭਾ ਦਾ ਸੈਸ਼ਨ ਹੈ ਜਿਹੜਾ 1 ਤੋਂ 10 ਮਾਰਚ ਤੱਕ ਦਾ, 10 ਮਾਰਚ ਤੋਂ ਬਾਅਦ ਪੰਜਾਬ ਦੇ ਮੰਤਰੀ ਮੰਡਲ ਦੇ ਵਿੱਚ ਵੀ ਫੇਰ ਬਦਲ ਹੋ ਸਕਦਾ ਹੈ। ਕੁਝ ਨਵੇਂ ਚਿਹਰੇ ਨਵੇਂ ਸਿਰੇ ਤੋਂ ਪੰਜਾਬ ਦੇ ਮੰਤਰੀ ਮੰਡਲ ਦੇ ਵਿੱਚ ਆ ਸਕਦੇ ਨੇ, ਇਹਦੀਆਂ ਬਹੁਤ ਸੰਭਾਵਨਾਵਾਂ ਨੇ। ਨਵਜੋਤ ਸਿੰਘ ਸਿੱਧੂ ਨੂੰ ਕੀ ਭੂਮਿਕਾ ਮਿਲਦੀ ਹੈ, ਕੀ ਉਹਨਾਂ ਨੂੰ ਪੰਜਾਬ ਦੀ ਪ੍ਰਧਾਨਗੀ ਮਿਲਦੀ ਹੈ, ਜਾਂ ਨਵਜੋਤ ਸਿੰਘ ਸਿੱਧੂ ਨੂੰ ਕੋਈ ਹੋਰ ਪ੍ਰਚਾਰ ਦੀ ਜ਼ਿੰਮੇਵਾਰੀ ਮਿਲਦੀ ਹੈ, ਕੋਈ ਕੰਪੇਨ ਕਮੇਟੀ ਦੀ ਵੱਡੀ ਜ਼ਿੰਮੇਵਾਰੀ ਮਿਲਦੀ ਹੈ, ਇਹ ਮੈਨੂੰ ਲੱਗਦਾ ਹੈ 10 ਮਾਰਚ ਤੋਂ ਬਾਅਦ ਤੈਅ ਹੋਊਗਾ। ਇਹ ਸੰਭਾਵਨਾ ਮੈਨੂੰ ਬਹੁਤ ਘੱਟ ਲੱਗਦੀ ਹੈ ਕਿ ਨਵਜੋਤ ਸਿੰਘ ਸਿੱਧੂ ਮੰਤਰੀ ਦੇ ਤੌਰ ਦੇ ਉੱਤੇ ਆਉਣਗੇ ਜਾਂ ਡਿਪਟੀ ਮੁੱਖ ਮੰਤਰੀ ਦੇ ਤੌਰ ਦੇ ਉੱਤੇ ਸਰਕਾਰ ਦਾ ਹਿੱਸਾ ਬਣਨਗੇ। ਇਹ ਸੰਭਾਵਨਾ ਮੈਨੂੰ ਘੱਟ ਲੱਗਦੀ ਹੈ। ਬਾਕੀ ਪਤਾ ਲੱਗ ਜਾਣਾ 10 ਮਾਰਚ ਦੇ ਆਲੇ ਦੁਆਲੇ ਹੈ ਜਿਹੜਾ ਗਗਨ, ਇਹਦੇ ਉੱਤੇ ਕੋਈ ਨਾ ਕੋਈ ਨਤੀਜਾ ਆ ਜਾਣਾ ਹੈ। ਉਸ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਦੀ ਪੰਜਾਬ ਦੇ ਵਿਧਾਨ ਸਭਾ ਸੈਸ਼ਨ 'ਚ ਕੀ ਭੂਮਿਕਾ ਰਹਿੰਦੀ ਹੈ, ਉਹਦੇ ਤੋਂ ਕਈ ਵੱਡੇ ਸੰਕੇਤ ਜਿਹੜੇ ਨੇ ਮਿਲ ਸਕਦੇ ਨੇ। ਹਾਲਾਂਕਿ ਇਹ ਵੀ ਗੱਲਾਂ ਪਹਿਲਾਂ ਆਈਆਂ ਸੀ ਕਿ ਕੈਪਟਨ ਅਮਰਿੰਦਰ ਔਰ ਨਵਜੋਤ ਸਿੰਘ ਸਿੱਧੂ ਦੇ ਵਿੱਚ ਵੀ ਜਿਹੜਾ ਮਨਮੁਟਾਵ ਹੈ ਉਹਨੂੰ ਖਤਮ ਕਰਾ ਦਿੱਤਾ ਗਿਆ। ਤੁਸੀਂ ਦੇਖੋ, ਜਦੋਂ ਪਿਛਲੀ ਵਾਰੀ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਹੋਇਆ ਸੀ, ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਉਹਦੇ ਵਿੱਚ ਭਾਸ਼ਣ ਦਿੱਤਾ ਵਿਧਾਨ ਸਭਾ 'ਚ, ਤੇ ਕੈਪਟਨ ਅਮਰਿੰਦਰ ਸਿੰਘ ਦੇ ਭਾਸ਼ਣ ਤੋਂ ਬਾਅਦ ਤੁਰੰਤ ਨਵਜੋਤ ਸਿੰਘ ਸਿੱਧੂ ਦਾ ਭਾਸ਼ਣ ਸੀ। ਹਾਲਾਂਕਿ ਲਾਈਵ ਲਿੰਕ ਸੀ ਜਿਹੜਾ ਕੈਪਟਨ ਅਮਰਿੰਦਰ ਦਾ ਹੀ ਚੱਲਿਆ, ਨਵਜੋਤ ਸਿੰਘ ਸਿੱਧੂ ਦਾ ਜਿਹੜਾ ਲਾਈਵ ਲਿੰਕ ਸੀ ਜਿਹੜਾ ਜਾਰੀ ਕੀਤਾ ਗਿਆ ਸੀ ਸਰਕਾਰੀ ਤੌਰ ਤੇ, ਉਹ ਫਿਊਜ਼ ਹੋ ਗਿਆ ਸੀ ਵਿੱਚੋਂ। ਜਿਵੇਂ ਕਈ ਵਾਰੀ ਬੱਲਬ ਪਟਾਕਾ ਮਾਰ ਜਾਂਦਾ ਹੈ ਤੇ ਫਿਰ ਉਹ ਰੌਸ਼ਨੀ ਬੰਦ ਹੋ ਜਾਂਦੀ ਹੈ। ਸੋ ਸਿੱਧੂ ਚੱਲਦਾ ਉਹਨਾਂ ਦਾ ਲਿੰਕ ਬੰਦ ਹੋ ਗਿਆ ਸੀ, ਫਿਊਜ਼ ਹੋ ਗਿਆ ਸੀ। ਸੋ ਸਿੱਧੂ ਚੁੱਪ ਹੋ ਗਿਆ ਸੀ ਉਸ ਤੋਂ ਬਾਅਦ, ਕਿਉਂਕਿ ਉਹ ਇਲੈਕਟ੍ਰੋਨਿਕਲੀ ਜਿਹੜਾ ਕਨੈਕਸ਼ਨ ਹੈ ਉਹ ਟੁੱਟ ਗਿਆ ਸੀ ਲਿੰਕ ਦਾ। ਹੁਣ ਇਹਦੀਆਂ ਦੋ ਗੱਲਾਂ ਨੇ। ਕੈਪਟਨ ਅਮਰਿੰਦਰ ਤੋਂ ਬਾਅਦ ਵਿਧਾਨ ਸਭਾ, ਪਿਛਲੇ ਵਿਧਾਨ ਸਭਾ ਸੈਸ਼ਨ 'ਚ ਜਿਹੜਾ ਅਕਤੂਬਰ 2020 'ਚ ਹੋਇਆ, ਕੈਪਟਨ ਅਮਰਿੰਦਰ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦਾ ਬੋਲਣਾ ਇਹ ਕੁਝ ਸੰਕੇਤ ਦੇ ਰਿਹਾ ਸੀ। ਉਸ ਵੇਲੇ ਵੀ ਮੈਂ ਇਹਨਾਂ ਸੰਕੇਤਾਂ ਨੂੰ ਪੜ੍ਹ ਰਿਹਾ ਸੀ। ਉਸ ਤੋਂ ਥੋੜ੍ਹੇ ਦਿਨਾਂ ਬਾਅਦ ਹੀ ਸਾਨੂੰ ਪਤਾ ਹੈ ਕਿ ਕੈਪਟਨ ਅਮਰਿੰਦਰ ਨੇ ਜਾਂ ਨਵਜੋਤ ਸਿੰਘ ਸਿੱਧੂ ਔਰ ਕੈਪਟਨ ਨੇ ਇਕੱਠੇ ਭੋਜਨ ਛਕਿਆ, ਇਕੱਠੇ ਇਹਨਾਂ ਨੇ ਲੰਚ ਕੀਤਾ। ਉਹਦੇ ਵੀ ਸੰਕੇਤ ਨੇ ਵੀ ਕਿਤੇ ਨਾ ਕਿਤੇ ਆਪਸ 'ਚ ਇਹਨਾਂ ਦੀ ਜਿਹੜੀ ਦੋਸਤੀ ਹੈ, ਸਿਆਸੀ ਦੋਸਤੀ ਹੈ, ਉਹ ਹਰੀਸ਼ ਰਾਵਤ ਨੇ ਜਾਂ ਹਾਈ ਕਮਾਂਡ ਨੇ ਪਵਾਈ ਹੈ। ਪਰ ਹੁਣ ਵੇਖਦੇ ਹਾਂ ਕਿ ਦੇਖੋ ਸਿਆਸਤ 'ਚ ਕੁਝ ਦਿਨਾਂ 'ਚ ਮਾਹੌਲ ਬਦਲ ਜਾਂਦਾ ਜੀ। ਅੱਜ ਕੈਪਟਨ ਅਮਰਿੰਦਰ ਨੇ ਜਿਸ ਤਰੀਕੇ ਨਾਲ ਕਿਸਾਨਾਂ ਨਾਲ ਸਟੈਂਡ ਲਿਆ ਔਰ ਜਿਸ ਤਰੀਕੇ ਨਾਲ ਨਗਰ ਨਿਗਮ ਔਰ ਨਗਰ ਕੌਂਸਲ ਦੀਆਂ ਚੋਣਾਂ ਜਿੱਤੀਆਂ ਨੇ, ਕਾਂਗਰਸ ਦੇ ਬਹੁਤ ਸਾਰੇ ਲੀਡਰਾਂ ਨੂੰ ਲੱਗਦਾ ਹੈ ਕਿ ਕੈਪਟਨ ਅਮਰਿੰਦਰ ਦੀ ਅਗਵਾਈ 'ਚ ਅਸੀਂ ਚੋਣਾਂ ਲੜਾਂਗੇ ਔਰ ਕਾਂਗਰਸ ਨੂੰ ਇਹ ਲੱਗਦਾ ਕਿ ਸਾਡੀ ਤਾਂ ਸਰਕਾਰ ਬਣ ਜਾਊਗੀ। ਪਰ ਹਜੇ 1 ਸਾਲ ਪਿਆ ਜੀ। 1-2 ਵੱਡੇ ਫੈਸਲੇ ਨਰਿੰਦਰ ਮੋਦੀ ਉਹਨਾਂ ਨੇ ਕਰਤੇ। ਮੈਂ ਅੱਗੇ ਵੀ ਕਹਿੰਦਾ, ਅਮਿਤ ਸ਼ਾਹ ਅਜਿਹਾ ਚਿਹਰਾ ਹੈ ਭਾਰਤੀ ਜਨਤਾ ਪਾਰਟੀ ਦਾ। ਅਮਿਤ ਸ਼ਾਹ ਸਾਰਿਆਂ ਨੂੰ ਪਤਾ ਹੈ ਗ੍ਰਹਿ ਮੰਤਰੀ ਨੇ। ਜਿਸ ਦਿਨ ਅਮਿਤ ਸ਼ਾਹ ਉਹਨਾਂ ਨੇ ਪੰਜਾਬ ਦੀ ਧਰਤੀ ਤੇ ਪੈਰ ਰੱਖ ਲਿਆ ਤੇ ਉਹ ਐਡੀ ਤਾਕਤ ਰੱਖਦੇ ਨੇ ਕਿ ਉਹ ਪੰਜਾਬ ਦਾ ਸਿਆਸੀ ਸਮੀਕਰਨ ਫੇਰ ਬਦਲ ਸਕਦੇ ਨੇ। ਸੋ ਭਾਵੇਂ ਕਿਸਾਨਾਂ ਦੇ ਨਾਲ ਜਿਹੜਾ ਅੰਦੋਲਨ ਹੈ ਉਹਦਾ ਕੀ ਫੈਸਲਾ ਹੁੰਦਾ, ਉਹਦਾ ਕੀ ਨਤੀਜਾ ਹੁੰਦਾ, ਇਹਦਾ ਆਪਣਾ ਪ੍ਰਭਾਵ ਰਹੇਗਾ। ਦੇਖੋ 2-3 ਫੈਕਟਰ ਤਾਂ ਰਹਿਣਗੇ, ਪਰ ਕਾਂਗਰਸ ਅਗਰ ਅਮਿਤ ਸ਼ਾਹ ਪੰਜਾਬ 'ਚ ਪੈਰ ਰੱਖ ਦਿੰਦੇ ਨੇ ਜਦੋਂ ਵੀ ਚੋਣ ਪ੍ਰਚਾਰ ਲਈ, ਤੇ ਉਸ ਤੋਂ ਬਾਅਦ ਜਿਹੜੀ ਪੰਜਾਬ 'ਚ ਕਾਂਗਰਸ ਹੈ, ਕਿਉਂਕਿ ਅਮਿਤ ਸ਼ਾਹ ਜਿੱਥੇ ਗਏ ਨੇ ਉੱਥੇ ਖੇਤਰੀ ਪੋਲੀਟੀਕਲ ਪਾਰਟੀਆਂ ਟੁੱਟ ਗਈਆਂ ਜੀ। ਪੱਛਮੀ ਬੰਗਾਲ ਅਮਿਤ ਸ਼ਾਹ ਗਏ ਨੇ, ਆਪ ਮੁਹਾਰੇ ਲੋਕ ਦੂਜੀਆਂ ਪਾਰਟੀਆਂ ਛੱਡ ਕੇ ਅਮਿਤ ਸ਼ਾਹ ਨਾਲ ਆ ਗਏ। ਕਰਨਾਟਕਾ ਗਏ, ਅਮਿਤ ਸ਼ਾਹ ਨਾਲ ਆ ਗਏ। ਪਿੱਛੇ ਜੇ ਆਪਾਂ ਦੇਖਿਆ ਵੱਖ-ਵੱਖ ਸੂਬਿਆਂ 'ਚ ਚੋਣਾਂ ਹੋਈਆਂ ਨੇ, ਉੱਤਰ ਪ੍ਰਦੇਸ਼ ਜਾਂ ਕੋਈ ਵੀ ਸੂਬਾ ਲੈ ਲਓ, ਜਦੋਂ ਪੰਜਾਬ ਅਮਿਤ ਸ਼ਾਹ ਆਉਣਗੇ ਤਾਂ ਨਿਸ਼ਚਿਤ ਤੌਰ ਦੇ ਉੱਤੇ ਛੜਈਆ ਦੂਜੀਆਂ ਪਾਰਟੀਆਂ ਦਾ ਹੋਊਗਾ। ਆਪ ਵਾਲੇ ਕਿੰਨੇ ਛੱਡ ਕੇ ਅਮਿਤ ਸ਼ਾਹ ਨਾਲ ਜਾਂਦੇ ਆ, ਅਕਾਲੀ ਦਲ ਵਾਲੇ ਕਿੰਨੇ ਛੱਡ ਕੇ ਅਮਿਤ ਸ਼ਾਹ ਹੋਰਾਂ ਨਾਲ ਜਾਂਦੇ ਆ, ਬੀਜੇਪੀ ਵਾਲੇ ਤਾਂ ਚਲੋ ਉਹਨਾਂ ਦੇ ਹੀ ਹੈ, ਤੇ ਕਾਂਗਰਸ ਵਾਲੇ ਕਿੰਨੇ ਛੱਡ ਕੇ ਅਮਿਤ ਸ਼ਾਹ ਨਾਲ ਜਾਂਦੇ ਆ। ਇਹ ਇੱਕ ਬਹੁਤ ਵੱਡਾ ਫੈਕਟਰ ਹੋਊਗਾ। ਸੋ ਅੱਜ ਇਹ ਮੰਨ ਲੈਣਾ ਕਾਂਗਰਸ ਵੱਲੋਂ ਕਿ ਨਵਜੋਤ ਸਿੰਘ ਸਿੱਧੂ ਤੋਂ ਬਿਨਾਂ ਕਾਂਗਰਸ ਅਗਲੀਆਂ ਚੋਣਾਂ ਜਿਹੜੀਆਂ ਨੇ ਉਹਦੇ ਵਿੱਚ ਕੋਈ ਵੱਡਾ ਮਾੜਕਾ ਮਾਰ ਲੂਗੀ ਜਾਂ ਆਪਣੇ ਦਮ ਤੇ ਸਰਕਾਰ ਬਣਾ ਲੂਗੀ, ਸਿੱਧੂ ਤੋਂ ਬਿਨਾਂ ਇਹ ਹਾਲ ਦੀ ਘੜੀ ਵੀ ਔਖਾ। ਦੇਖੋ ਪਿਛਲੀ ਵਾਰੀ ਕਾਂਗਰਸ ਦੀ ਸਰਕਾਰ ਆਉਂਦੀ ਨਹੀਂ ਸੀ ਲੱਗਦੀ। ਪਿਛਲੀ ਵਾਰੀ ਤਾਂ ਲੋਕ ਕਹਿੰਦੇ ਸੀ ਆਪ 100 ਸੀਟਾਂ 100 ਸੀਟਾਂ 100 ਸੀਟਾਂ। ਤੇ ਜਿਵੇਂ ਮੈਂ ਪਹਿਲਾਂ ਵੀ ਕਹਿਣਾ ਹੁੰਦਾ
ਕਿ ਅਕਾਲੀ ਦਲ ਨੂੰ ਲੱਗਦਾ ਸੀ ਵੀ ਅਸੀਂ ਤਾਂ ਮੁੜ ਆਵਾਂਗੇ, ਅਕਾਲੀ ਦਲ ਔਰ ਆਪ ਦੋਵਾਂ ਦੇ ਸਾਈਕਲ ਪੈਂਚਰ ਹੋ ਗਏ ਤੇ ਕਾਂਗਰਸ ਜਿੱਤ ਗਈ। ਇਸ ਵਾਰ ਜੇ ਕਾਂਗਰਸ ਨੂੰ ਇਹ ਲੱਗਦਾ ਕਿ ਸਾਡੀ ਸਰਕਾਰ ਆ ਜਾਊਗੀ, ਪਰ ਹਜੇ 1 ਸਾਲ ਪਿਆ, 1 ਮਹੀਨਾ ਬਹੁਤ ਹੁੰਦਾ ਸਿਆਸੀ ਹਵਾ ਬਦਲਣ ਦੇ ਲਈ, ਸਿਆਸੀ ਸਮੀਕਰਨ ਬਦਲਣ ਦੇ ਲਈ 1 ਮਹੀਨਾ ਬਹੁਤ ਹੁੰਦਾ। ਅਸੀਂ ਬੜੇ ਤਜਰਬੇ ਦੇਖੇ ਨੇ। ਅਰਵਿੰਦ ਕੇਜਰੀਵਾਲ ਅਖੀਰਲੇ 5-7 ਦਿਨਾਂ ਦੇ ਵਿੱਚ ਹੀ ਆ ਕੇ ਪੂਰਾ ਮਾਹੌਲ ਹੈ ਜਿਹੜਾ ਉਹ ਅਰਵਿੰਦ ਕੇਜਰੀਵਾਲ ਦੇ ਦੌਰੇ ਦੇ ਨਾਲ ਹੀ ਮਾਹੌਲ ਬਦਲ ਗਿਆ ਸੀ ਪੰਜਾਬ ਵਿੱਚ। ਉਦੋਂ ਸੁਖਬੀਰ ਬਾਦਲ ਉਹਨਾਂ ਨੇ ਸਿੱਧਾ ਹੀ ਆਮ ਆਦਮੀ ਪਾਰਟੀ ਨੂੰ ਖਾਲਿਸਤਾਨੀਆਂ ਨਾਲ ਜੋੜਤਾ ਸੀ ਜੀ, ਠੀਕ ਹੈ। ਸੋ ਇਸ ਕਰਕੇ ਕੁਝ ਦਿਨਾਂ 'ਚ ਸਿਆਸੀ ਮਾਹੌਲ ਬਦਲਦੇ ਨੇ। ਸੋ ਅੱਜ ਅਗਰ ਕਾਂਗਰਸ ਨੂੰ ਇਹ ਲੱਗਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਇਕੱਲੇ 2022 ਦੀਆਂ ਚੋਣਾਂ ਦੇ ਵਿੱਚ ਕਾਂਗਰਸ ਦਾ ਬੇੜਾ ਪਾਰ ਲਾ ਦੇਣਗੇ, ਤੇ ਮੈਨੂੰ ਇਹ ਔਖਾ ਲੱਗਦਾ ਅੱਜ ਦੇ ਸਮੇਂ ਦੇ ਵਿੱਚ, ਕਿਉਂਕਿ ਸਮੀਕਰਨ ਬਹੁਤ, ਦੇਖੋ ਸਵਾਲ ਕੈਪਟਨ ਅਮਰਿੰਦਰ ਤੋਂ ਵੀ ਹੋਣਗੇ। ਘਰ ਘਰ ਨੌਕਰੀ, ਸਮੁੱਚੀ ਕਰਜ਼ਾ ਮਾਫੀ, ਹਰ ਨੌਜਵਾਨ ਦੀ ਜੇਬ 'ਚ ਮੋਬਾਈਲ, ਵਿਦਿਆਰਥੀਆਂ ਦੀ ਜੇਬ 'ਚ ਮੋਬਾਈਲ, ਬੜੇ ਸਵਾਲ ਨੇ। ਮਾਈਨਿੰਗ ਤੇ ਹੈ, ਸ਼ਰਾਬ ਤੇ ਹੈ, ਬੜੇ ਸਵਾਲ ਨੇ। ਇਹ ਸਵਾਲ ਸਾਨੂੰ ਸਵਾਲ ਨਹੀਂ ਲੱਗ ਰਹੇ, ਕਿਉਂਕਿ ਅੱਜ ਸਾਡੇ ਲਈ ਕਿਸਾਨ ਅੰਦੋਲਨ ਵੱਡਾ ਮੁੱਦਾ ਹੈ। ਪਰ ਜਦੋਂ ਕਿਸਾਨ ਅੰਦੋਲਨ ਨਿਬੜ ਗਿਆ ਤਾਂ ਫਿਰ ਇਹ ਸਵਾਲ ਫਿਰ ਬਾਹਰ ਨਿਕਲ ਆਣੇ, ਫਿਰ ਵੱਡੇ ਹੋ ਜਾਣੇ। ਸਿਆਸਤ ਦੇ ਵਿੱਚ ਜਿਹੜਾ ਕੋਈ ਵੀ ਸਵਾਲ ਹੈ ਉਹ ਹਮੇਸ਼ਾ ਲਈ ਦਫਨ ਨਹੀਂ ਹੁੰਦਾ ਗਗਨ। ਇਸ ਕਰਕੇ ਅੱਜ ਨਵਜੋਤ ਸਿੰਘ ਸਿੱਧੂ ਨੂੰ ਇਹ ਮੰਨਣਾ ਬਹੁਤ ਸਾਰੇ ਲੋਕਾਂ ਦਾ ਕਿ ਨਵਜੋਤ ਸਿੰਘ ਸਿੱਧੂ ਪਿੱਛੇ ਪੈ ਗਿਆ। ਨਵਜੋਤ ਸਿੰਘ ਸਿੱਧੂ ਅੱਜ ਵੀ ਉੱਥੇ ਹੀ ਖੜਾ ਹੈ ਜਿੱਥੇ ਪਿਛਲੇ 4-5 ਸਾਲਾਂ ਤੋਂ ਖੜਾ ਸੀ, 5 ਸਾਲਾਂ ਤੋਂ ਖੜਾ ਸੀ। ਅੱਜ ਵੀ ਉਹ ਮੁੱਖ ਮੰਤਰੀ ਦੇ ਦਾਅਵੇਦਾਰ ਦੇ ਰੂਪ ਦੇ ਵਿੱਚ ਇੱਕ ਕਿਰਦਾਰ ਹੈ ਜਿਹਨੂੰ ਲੋਕ ਸਵੀਕਾਰ ਕਰਦੇ ਨੇ ਮੁੱਖ ਮੰਤਰੀ ਦੇ ਕਿਰਦਾਰ ਦੇ ਤੌਰ ਤੇ। ਸੋ ਇਸ ਕਰਕੇ ਕੈਪਟਨ ਔਰ ਸਿੱਧੂ ਅਗਰ ਕਾਂਗਰਸ ਦੋਨਾਂ ਨੂੰ ਸੈੱਟ ਨਹੀਂ ਕਰੂਗੀ, ਜੋੜ ਕੇ ਨਹੀਂ ਚੱਲੂਗੀ, ਤੇ ਕਾਂਗਰਸ ਲਈ ਵੀ ਰਾਹ ਆਸਾਨ ਨਹੀਂ। ਸੋ ਇਸ ਕਰਕੇ ਹਜੇ ਸਿਆਸੀ ਸਮੀਕਰਨ ਬੜੇ ਬਦਲਨੇ ਨੇ ਗਗਨ, ਭਵਿੱਖ 'ਚ ਬੜੇ ਬਦਲਨੇ ਨੇ। ਹਜੇ ਮੈਂ ਇਹ ਨਹੀਂ ਮੰਨਦਾ ਕਿ ਸਿੱਧੂ ਨੂੰ ਪਿੱਛੇ ਪਾਤਾ ਤੇ ਕਾਂਗਰਸ ਕੈਪਟਨ ਅੱਗੇ ਆ ਗਿਆ। ਹਜੇ ਤਾਂ 1 ਸਾਲ ਪਿਆ ਜੀ। ਅੱਜ ਆਪਾਂ 23 ਫਰਵਰੀ 'ਚ ਹੋ ਸਕਦਾ ਹੈ 22 ਦੀ 23 ਫਰਵਰੀ ਨੂੰ ਵੋਟਾਂ ਹੀ ਪੈ ਰਹੀਆਂ ਹੋਣ, ਕਿਉਂਕਿ ਮਾਰਚ ਦੇ ਵਿੱਚ ਸਰਕਾਰ ਨੇ ਸਹੁੰ ਚੱਕਣੀ ਹੈ। ਸੋ 1 ਸਾਲ 'ਚ ਬੜਾ ਕੁਝ ਬਦਲ ਜਾਂਦਾ ਹੈ। ਪਿਛਲੇ 4-5 ਮਹੀਨਿਆਂ 'ਚ ਕਿੰਨਾ ਕੁਝ ਬਦਲ ਗਿਆ। ਬਿਲਕੁਲ। ਤੇ ਡੱਲਾ ਸਾਹਿਬ, ਇਸ ਦੇ ਨਾਲ ਹੀ ਜੇਕਰ ਨਵਜੋਤ ਸਿੰਘ ਸਿੱਧੂ ਹੋਣਾ ਦੀ ਗੱਲ ਕਰੀਏ ਤਾਂ ਬੀਤੇ ਦਿਨੀ ਜਦੋਂ ਨਵਜੋਤ ਸਿੰਘ ਸਿੱਧੂ ਦੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਕਰੋਟੀ ਦੇ ਉੱਤੇ ਮੀਟਿੰਗ ਹੁੰਦੀ ਹੈ, ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਨੂੰ ਵੀ ਬੀਤੇ ਦਿਨੀ ਮਿਲ ਕੇ ਆਏ ਨੇ। ਸੋ ਇਹ ਚੀਜ਼ਾਂ ਹਰ ਪਾਸਿਓਂ ਦੇਖਿਆ ਜਾਵੇ ਤਾਂ ਸੰਕੇਤ ਕਿਤੇ ਨਾ ਕਿਤੇ ਨਵਜੋਤ ਸਿੰਘ ਸਿੱਧੂ ਦੀ ਵੱਡੀ ਜ਼ਿੰਮੇਵਾਰੀ ਦੀ ਕਰਦੇ ਨੇ। ਅੱਜ ਵੀ ਜਦੋਂ ਹਰੀਸ਼ ਰਾਵਤ ਉਹਨਾਂ ਨੂੰ ਸੁਣ ਰਹੇ ਸੀ ਤਾਂ ਉਹਨਾਂ ਦਾ ਕਹਿਣਾ ਸੀ ਕਿ ਜ਼ਿੰਮੇਵਾਰੀ ਕੋਈ ਵੱਡੀ ਮਿਲੇਗੀ ਤੇ ਮਿਲ ਵੀ ਜਲਦ ਜਾਵੇਗੀ। ਸੋ ਇਹ ਚਰਚਾਵਾਂ ਇਸ ਕਰਕੇ ਤੇਜ਼ ਹੋਈਆਂ ਨੇ ਕਿ ਜੇਕਰ ਵੱਡੀ ਜ਼ਿੰਮੇਵਾਰੀ ਮਿਲਦੀ ਹੈ ਤਾਂ ਕਿਹੜੀ ਮਿਲਦੀ ਹੈ। ਤੇ ਦੂਜੀ ਗੱਲ, ਹਰੀਸ਼ ਰਾਵਤ ਨੇ ਵੀ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਅਸੀਂ ਅੱਖੋਂ ਪਰੋਖਿਆਂ ਕਰਕੇ ਕੋਈ ਫੈਸਲਾ ਨਹੀਂ ਲਵਾਂਗੇ। ਨਹੀਂ, ਦੇਖੋ ਸਪਸ਼ਟ ਤੌਰ ਦੇ ਉੱਤੇ ਕੈਪਟਨ ਅਮਰਿੰਦਰ ਦਾ ਹਾਈ ਕਮਾਂਡ 'ਚ ਦਖਲ ਹੈ ਜੀ। ਕੈਪਟਨ ਅਮਰਿੰਦਰ ਹਾਈ ਕਮਾਂਡ ਦੇ ਲੀਡਰ ਨੇ, ਇੱਕ ਤਰੀਕੇ ਨਾਲ ਸੰਕੇਤ ਜਿਹੜੇ ਮਿਲੇ ਨੇ, ਕਿਉਂਕਿ ਬਹੁਤ ਵੱਡਾ ਕੱਦ ਹੈ ਉਹਨਾਂ ਦਾ ਵੀ। ਇਹਦੇ 'ਚ ਕੋਈ ਦੋ ਰਾਏ ਨਹੀਂ ਹੈ ਕਿ ਕੈਪਟਨ ਅਮਰਿੰਦਰ ਨੂੰ ਅੱਖੋਂ ਪਰੋਖੇ ਕਰਕੇ ਵੀ ਸਿੱਧੂ ਬਾਰੇ ਫੈਸਲਾ ਕਾਂਗਰਸ ਨਹੀਂ ਕਰੂਗੀ। ਜੇ ਕਰਨਾ ਹੁੰਦਾ ਤਾਂ ਪਹਿਲਾਂ ਹੀ ਕਰ ਦਿੰਦੇ। ਇਹ ਗੱਲਾਂ ਉਦੋਂ ਹੋ ਸਕਦੀਆਂ ਨੇ ਜਦੋਂ ਰਾਹੁਲ ਗਾਂਧੀ ਨਵੇਂ ਸਿਰੇ ਤੋਂ ਪ੍ਰਧਾਨ ਬਣਦੇ ਨੇ। ਨਵੇਂ ਸਿਰੇ ਤੋਂ ਪ੍ਰਧਾਨ ਬਣਨ ਤੋਂ ਬਾਅਦ ਉਹ ਕਾਂਗਰਸ ਨੂੰ ਕਿਸ ਰੂਪ 'ਚ ਚਲਾਉਣਾ ਚਾਹਣਗੇ, ਕੀ ਉਹ ਕੈਪਟਨ ਅਮਰਿੰਦਰ ਨੂੰ ਹੀ ਜ਼ਿੰਮੇਵਾਰੀ ਦੇਣਾ ਚਾਹਣਗੇ, ਜਾਂ ਰਾਹੁਲ ਗਾਂਧੀ ਨੂੰ ਲੱਗੂਗਾ ਵੀ ਮੈਂ ਆਪਣੇ ਹਿਸਾਬ ਦੇ ਨਾਲ ਕਾਂਗਰਸ ਚਲਾਉਣੀ ਹੈ। ਪਰ ਇਹਦੀ ਸੰਭਾਵਨਾ ਵੀ ਘੱਟ ਹੈ ਰਾਹੁਲ ਗਾਂਧੀ ਕੈਪਟਨ ਅਮਰਿੰਦਰ ਨੂੰ ਨਾਲ ਲੈ ਕੇ ਚੱਲਣਗੇ। ਉਹਦਾ ਕਾਰਨ ਕੀ ਹੈ? ਕਾਂਗਰਸ 5 ਸੂਬਿਆਂ 'ਚ ਰਹਿ ਗਈ ਮੁਲਕ 'ਚ। ਮੁਕੰਮਲ ਤੌਰ ਤੇ ਕਿੱਥੇ ਰਹਿ ਗਈ? ਪੰਜਾਬ 'ਚ, ਰਾਜਸਥਾਨ 'ਚ ਤੇ ਛੱਤੀਸਗੜ੍ਹ 'ਚ। ਬਾਕੀ ਜਿਹੜੇ 2 ਸੂਬੇ ਨੇ, ਮਹਾਰਾਸ਼ਟਰ ਹੈ ਔਰ ਇੱਕ ਹੋਰ ਝਾਰਖੰਡ ਹੈ, ਮੇਰਾ ਖਿਆਲ ਝਾਰਖੰਡ ਹੈ, ਉੱਥੇ ਤਾਂ ਕਾਂਗਰਸ ਸਾਂਝੀ ਗਠਬੰਧਨ 'ਚ ਹੈ ਜੀ। ਸੋ ਕੱਲੀ ਸਰਕਾਰ ਕਿੱਥੇ ਹੈ? ਪੰਜਾਬ 'ਚ, ਹਰਿਆਣੇ ਤੇ ਰਾਜਸਥਾਨ 'ਚ। ਇਸ ਕਰਕੇ ਕਾਂਗਰਸ ਤਾਂ ਸਿਮਟ ਕੇ ਬਹੁਤ ਛੋਟੀ ਰਹਿ ਗਈ। ਸੋ ਕਾਂਗਰਸ ਨੂੰ ਬਹੁਤ ਸੋਚ ਸਮਝ ਕੇ ਏਕਤਾ ਦੇ ਨਾਲ ਅੱਗੇ ਵਧਣ ਦੀ ਲੋੜ ਹੈ। ਇਸ ਕਰਕੇ ਰਾਹੁਲ ਗਾਂਧੀ ਵੀ ਕੈਪਟਨ ਔਰ ਸਿੱਧੂ ਨੂੰ ਜੋੜ ਕੇ ਚੱਲਣਗੇ। ਔਰ ਠੀਕ ਹੈ, ਕੈਪਟਨ ਦੀ ਸਲਾਹ ਹੋਊਗੀ, ਪਰ ਨਵਜੋਤ ਸਿੰਘ ਸਿੱਧੂ ਨੂੰ ਵੀ ਅੱਖੋਂ ਪਰੋਖੇ ਕਾਂਗਰਸ ਨਹੀਂ ਕਰੂਗੀ, ਕਿਉਂਕਿ ਨਵਜੋਤ ਸਿੰਘ ਸਿੱਧੂ ਉਹ ਕਿਰਦਾਰ ਹੈ। ਹਾਲ ਦੀ ਘੜੀ ਦੇਖੋ, ਮੈਂ ਅੱਗੇ ਵੀ ਕਹਿੰਦਾ ਕਿ ਨਵਜੋਤ ਸਿੰਘ ਸਿੱਧੂ ਕਾਂਗਰਸ ਨਹੀਂ ਛੱਡਦਾ, ਪਰ ਸਿਆਸਤ ਹੈ, ਸਿਆਸਤ 'ਚ ਜੇ ਵੀ ਹੁੰਦਾ, ਜੇ ਆ ਹੋ ਗਿਆ, ਜੇ ਉਹ ਹੋ ਗਿਆ, ਤੇ ਉਹ ਜੇ ਸਿੱਧੂ ਨਾਲ ਲੱਗ ਗਿਆ, ਜੇ ਸਿੱਧੂ ਕਿਸੇ ਹੋਰ ਪਾਸੇ ਚੱਲ ਗਿਆ ਜੀ, ਹੈ ਜੀ, ਦਰਿਆ ਦਾ ਰੁੱਖ ਜਿੱਧਰ ਨੂੰ ਮੁੜ ਜਾਂਦਾ ਪਾਣੀ ਉਧਰ ਨੂੰ ਹੀ ਵਹਿ ਜਾਂਦਾ। ਬਿਲਕੁਲ ਹੈ ਗਗਨ। ਸੋ ਪਿਛਲੀ ਵਾਰੀ ਆਮ ਆਦਮੀ ਪਾਰਟੀ ਦਾ ਤਜਰਬਾ ਦੇਖਿਆ ਹੀ ਹੈ। ਲੋਕ ਕਹਿੰਦੇ ਸੀ ਨਾ ਵੀ ਜੇ ਆਪ ਵਾਲੇ ਸਿੱਧੂ ਨੂੰ ਨਾ ਲੈ ਹੀ ਆਉਂਦੇ, ਜੇ ਆਪ ਵਾਲੇ ਸਿੱਧੂ ਨੂੰ ਲੈ ਹੀ ਆਉਂਦੇ, ਜੇ ਆਪ ਵਾਲੇ ਸਿੱਧੂ ਨੂੰ ਨਾ ਰੁਕਾਵਟਾਂ ਪਾਉਂਦੇ, ਐਂ ਕਹਿ ਲਈਏ। ਹਾਲਾਂਕਿ ਉਦੋਂ ਪਤਾ ਨਹੀਂ ਇਹਨਾਂ ਦੀ ਕੀ ਗੱਲ ਹੋਈ ਕੀ ਨਹੀਂ ਹੋਈ। ਸੋ ਜੇ ਸਿੱਧੂ ਪਿਛਲੀ ਵਾਰੀ ਆਪ 'ਚ ਆ ਜਾਂਦਾ ਤਾਂ ਫਿਰ ਆਪ ਦਾ ਬੇੜਾ ਪਾਰ ਹੋ ਜਾਣਾ ਸੀ ਜੀ। ਸੋ ਸਿੱਧੂ ਉਹ ਚੱਪੂ ਹੈ ਜਿਹੜੀ ਕਿਸ਼ਤੀ ਨੂੰ ਲੱਗ ਗਿਆ ਉਹਨੂੰ ਫਾਇਦਾ ਦਊ, ਵਹਾ ਦੇ ਉਲਟ ਵੀ ਸਫ਼ਰ ਕਰਾ ਦੂ ਸਿੱਧੂ ਜੀ। ਬਿਲਕੁਲ। ਸੋ ਇਹ ਸਿਆਸਤ ਹੈ, ਆਉਣ ਵਾਲੇ ਦਿਨਾਂ ਦੇ ਵਿੱਚ ਸਿਆਸਤ ਦਾ ਰੁਖ ਕਿੱਧਰ ਨੂੰ ਜਾਂਦਾ ਇਹ ਵੀ ਧਿਆਨ ਦੇਣ ਵਾਲੀ ਗੱਲ ਹੈ, ਕਿਉਂਕਿ ਬੀਤੇ ਦਿਨੀ ਜੋ ਨਗਰ ਨਿਗਮ ਚੋਣਾਂ ਦੇ ਵਿੱਚ ਹੋਇਆ ਉਸ ਦੀ ਵੀ ਉਮੀਦ ਕਿਸੇ ਨੂੰ ਨਹੀਂ ਸੀਗੀ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਕੁਝ ਹੋਏਗਾ ਉਸ ਦੇ ਵੱਲ ਵੀ ਨਿਗਾਹਾਂ ਬਣਾ ਕੇ ਜ਼ਰੂਰ ਰੱਖਾਂਗੇ। ਪਰ ਇੱਕ ਬੜਾ ਅਹਿਮ ਜਿਹੜਾ ਹੈਗਾ
ਅੱਜ ਪ੍ਰੋਟੈਸਟ ਹੋਇਆ। ਆਮ ਆਦਮੀ ਪਾਰਟੀ ਨੇ ਵੀ ਕੀਤਾ, ਕਾਂਗਰਸ ਨੇ ਵੀ ਵੱਖ-ਵੱਖ ਥਾਵਾਂ ਤੇ ਕੀਤੀਆਂ। ਦੇਖੋ ਅੱਖਾਂ 'ਚੋਂ ਪਾਣੀ ਨਿਕਲੀ ਜਾਂਦਾ। ਪਿਆਜ਼ ਨਾਲ ਤਾਂ ਨਿਕਲਦਾ ਸੀ, ਪੈਟਰੋਲ ਨਾਲ ਨਿਕਲਣ ਲੱਗ ਗਿਆ ਜੀ। ਜਦੋਂ ਪੈਟਰੋਲ ਸਕੂਟਰ ਕਾਰ ਦੀ ਟੈਂਕੀ 'ਚ ਪੈਂਦਾ ਨਾ, ਦਿਲ ਦੀ ਧੜਕਣ ਵੱਧ ਜਾਂਦੀ ਗਗਨ, ਔਰ ਬੰਦਾ ਕਹਿੰਦਾ ਹੋਰ ਪਾ ਦੇ, ਹੋਰ ਪਾ ਦੇ, ਹੋਰ ਪਾ ਦੇ, ਪਰ ਉਹ ਪੈਣਾ ਉਨਾ ਹੀ ਹੈ, ਪਰ ਮੁੱਲ ਵਧੀ ਜਾਂਦਾ ਜੀ। ਸੋ ਇਸ ਕਰਕੇ ਅੱਜ ਪ੍ਰੋਟੈਸਟ ਕੀਤਾ ਆਮ ਆਦਮੀ ਪਾਰਟੀ ਨੇ। ਮੈਂ ਦੇਖਿਆ ਕਾਂਗਰਸੀਆਂ ਨੇ ਵੀ ਕਈ ਥਾਂ ਕੀਤਾ, ਲੋਕ ਇਨਸਾਫ ਪਾਰਟੀ ਵਾਲਿਆਂ ਨੇ ਵੀ ਕੀਤਾ। ਸਾਡੀਆਂ ਪੋਲੀਟੀਕਲ ਪਾਰਟੀਆਂ ਵਾਲੇ ਵੀ ਜਦੋਂ ਇੱਕ ਅਨਾਉਂਸਮੈਂਟ ਕਰਦੇ ਨਾ ਤੇ ਸਾਰੇ ਨਿਕਲ ਜਾਂਦੇ ਨੇ। ਅੱਜ ਮੈਂ ਦੇਖਿਆ ਕਈਆਂ ਨੇ ਤਾਂ ਆ ਲੋਕ ਇਨਸਾਫ ਪਾਰਟੀ ਵਾਲਿਆਂ ਨੇ ਤਾਂ ਦੇਖੋ ਆ ਰੇੜਿਆਂ ਦੇ ਉੱਤੇ ਹੀ ਮੋਟਰਸਾਈਕਲ ਸਕੂਟਰ ਸਕਾਟਰ ਰੱਖਤੇ ਇਹਨਾਂ ਨੇ ਜੀ। ਤੇ ਆਪ ਵਾਲਿਆਂ ਨੇ ਵੀ ਕੀਤਾ, ਇਹਨਾਂ ਨੇ ਤਾਂ ਰੇੜੇ ਘੋੜਿਆਂ ਨਾਲ ਵੀ ਕੀਤਾ ਕਈ ਥਾਂ। ਹਾਲਾਂਕਿ ਅੱਜ ਦੇ ਸਮੇਂ ਦੇ ਵਿੱਚ ਤੁਸੀਂ ਇਹ ਕਹੋ ਵੀ ਸਕੂਟਰ ਮੋਟਰਸਾਈਕਲ ਨਾ ਚਲਾਓ ਤੇ ਰੇੜੇ ਘੋੜੇ ਚਲਾ ਲਾਂਗੇ, ਉਹ ਵੀ ਸੰਭਵ ਨਹੀਂ, ਕਿਉਂਕਿ ਘੋੜਿਆਂ ਦੀ ਖੁਰਾਕ ਵੀ ਮਹਿੰਗਾਈ 'ਚ ਹੈ ਜੀ। ਕਿਉਂਕਿ ਜਦੋਂ ਪੈਟਰੋਲ ਡੀਜ਼ਲ ਮਹਿੰਗਾ ਹੋਣਾ, ਘੋੜਿਆਂ ਦੀ ਖੁਰਾਕ ਵੀ ਮਹਿੰਗਾਈ 'ਚ ਆ ਜਾਣੀ ਹੈ। ਔਰ ਨਾਲੇ ਰੇੜੇ ਨੇ, ਰੇੜੇ ਵੀ ਬੜੇ ਔਖੇ ਸਾਂਭੇ ਜਾਂਦੇ ਨੇ, ਬਹੁਤ ਮੇਨਟੇਨੈਂਸ ਹੈ, ਬਹੁਤ ਖਰਚਾ ਉਹਨਾਂ ਤੇ ਵੀ ਹੈ। ਸੋ ਘੋੜੇ ਰੇੜੇ ਵਾਲਿਆਂ ਨੂੰ ਅਸੀਂ ਇਹ ਨਾ ਸਮਝੀਏ ਵੀ ਜਿਹਦੇ ਕੋਲੇ ਘੋੜਾ ਰੇੜਾ ਉਹਦਾ ਕੋਈ ਖਰਚਾ ਹੀ ਨਹੀਂ ਜੀ, ਵੀ ਅਸੀਂ ਕਹੀਏ ਵੀ ਘੋੜੇ ਰੇੜੇ ਹੀ ਚਲਾਵਾਂਗੇ। ਘੋੜੇ ਰੇੜੇ ਚਲਾਉਣੇ ਵੀ ਸਾਡੇ ਵੱਸ ਦੇ ਨਹੀਂ, ਘੋੜੇ ਨੂੰ ਵੀ ਖੁਰਾਕ ਚਾਹੀਦੀ ਹੈ ਜੀ। ਬਿਲਕੁਲ। ਘੋੜਾ ਦੇਖੋ ਕਿੱਡਾ ਵਫਾਦਾਰ ਸਾਡਾ ਹੈਗਾ ਹੈ ਕਿ ਉਹਨੂੰ ਵੀ ਖੁਰਾਕ ਚਾਹੀਦੀ ਹੈ। ਛੋਲੇ ਵੀ ਕਾਲੇ ਬੜੇ ਮਹਿੰਗੇ ਹੋ ਗਏ, ਮਹਿੰਗਾਈ ਦਾ ਅਸਰ ਹਰ ਚੀਜ਼ ਤੇ ਹੈ, ਘੋੜੇ ਦੀ ਖੁਰਾਕ ਵੀ ਮਹਿੰਗੀ ਹੋ ਜਾਂਦੀ ਹੈ, ਪਰ ਪੈਟਰੋਲ ਦੀਆਂ ਕੀਮਤਾਂ ਘਟਣੀਆਂ ਚਾਹੀਦੀਆਂ ਨੇ। ਆਮ ਆਦਮੀ ਪਾਰਟੀ ਵਾਲੇ ਨੇ ਸਾਰਿਆਂ ਨੇ ਦੱਬ ਕੇ ਪ੍ਰੋਟੈਸਟ ਕੀਤਾ, ਕਾਂਗਰਸ ਨੇ ਵੀ ਕੀਤਾ। ਤਰੁਣ ਚੁੱਘ ਉਹਨਾਂ ਨੇ ਸਮਝਾਇਆ ਜੀ ਵੀ ਕਿਉਂ ਨਹੀਂ ਵਿਰੋਧ ਕਰਨਾ ਚਾਹੀਦਾ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਧਣ ਦਾ। ਦੇਖੋ ਬੀਜੇਪੀ ਨੇ ਆਪਣਾ ਪੱਖ ਰੱਖਿਆ, ਬੀਜੇਪੀ ਦਾ ਪੱਖ ਦਿਖਾ ਦਈਏ। ਤਰੁਣ ਚੁੱਘ ਕਹਿੰਦੇ ਕਾਂਗਰਸ ਦੇ ਮੁਕਾਬਲੇ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਬੀਜੇਪੀ ਵਾਲੇ ਅਸੀਂ ਘੱਟ ਵਧਾਈਆਂ, ਕਹਿੰਦੇ। ਉਹਨਾਂ ਦੀ ਗੱਲ ਸੁਣ ਲਈ, ਫਿਰ ਤੁਸੀਂ ਖਤਮ ਕਰ ਦਿਓ ਜੀ। ਪੈਟਰੋਲ ਦੇ ਦਾਮਾਂ ਦੇ ਉੱਤੇ ਬਚਕਾਨੀਆਂ ਰਾਜਨੀਤਿਕ ਹਰਕਤਾਂ ਕਰ ਰਹੇ, ਵਿਦੇਸ਼ੀ ਇਟਲੀ ਦੇ ਸਾਈਕਲ ਦੇ ਉੱਤੇ ਨਿਕਲ ਕੇ ਰੋਬਰਟ ਵਾਡਰਾ ਇੱਕ ਫਿਲਮੀ ਡਰਾਮੇ ਤੋਂ ਜ਼ਿਆਦਾ ਕੁਝ ਨਹੀਂ, ਜਦ ਕਿ ਇਹਨਾਂ ਨੂੰ ਆਪਣੀ ਮੰਜੇ ਥੱਲੇ ਸੋਟਾ ਮਾਰਨਾ ਚਾਹੀਦਾ ਹੈ ਕਿ ਕਾਂਗਰਸ ਦੇ 10 ਸਾਲਾਂ 'ਚ ਪੈਟਰੋਲ ਦੇ ਡੀਜ਼ਲ ਦੇ ਦਾਮ 160% ਵਧੇ ਔਰ ਐਨਡੀਏ ਦੀ ਸਰਕਾਰ 'ਚ ਲਗਭਗ 16% ਦਾਮ ਵਧੇ। ਅਸੀਂ 6 ਸਾਲਾਂ 'ਚ 16% ਵਧਾਏ, ਇਹਨਾਂ ਨੇ 10 ਸਾਲਾਂ 'ਚ 160% ਵਧਾਏ। ਔਰ ਸਾਡੇ ਜਿਹੜੇ ਦਾਮ ਵਧੇ ਨੇ ਉਹਦੇ ਪਿੱਛੇ ਇੰਟਰਨੈਸ਼ਨਲ ਰੀਜ਼ਨ ਨੇ, ਇੰਟਰਨੈਸ਼ਨਲ ਮਾਰਕੀਟ ਰੀਜ਼ਨ ਨੇ। ਬੜਾ ਦੁਖਦ ਹੈ ਕਿ ਇਸ ਤਰ੍ਹਾਂ ਦੀਆਂ ਚੀਪ ਹਰਕਤਾਂ ਕਰਕੇ ਰਾਹੁਲ ਗਾਂਧੀ ਜੀ, ਪ੍ਰਿੰਕਾ ਜੀ ਔਰ ਰੋਬਰਟ ਵਾਡਰਾ ਦੇਸ਼ ਦੀ ਜਨਤਾ ਨੂੰ ਮੂਰਖ ਬਣਾਉਣ ਦਾ ਪ੍ਰਯਾਸ ਕਰ ਰਹੇ, ਜਦ ਕਿ ਦੇਸ਼ ਦੀ ਜਨਤਾ ਜਾਣਦੀ ਹੈ ਇਹ ਉਹੀ ਕਾਂਗਰਸ ਹੈ ਜਿਹਦੇ ਰਾਜ 'ਚ 140 ਰੁਪਏ 160 ਰੁਪਏ ਕਿਲੋ ਦਾਲ ਸੀ, ਅੱਜ ਮੋਦੀ ਦੇ ਰਾਜ 'ਚ 70 ਰੁਪਏ 60 ਰੁਪਏ ਕਿਲੋ ਦਾਲ ਹੈ। ਨਾ ਮੈਂ ਤਾਂ ਕੀ ਕਹਿਣਾ, ਮੈਂ ਤਾਂ ਕਹਿ ਰਿਹਾ ਕਿ ਇਹ ਲੋਕਾਂ ਦੀ ਹਮਦਰਦ ਸਰਕਾਰ ਹੀ ਨਹੀਂ ਹੈ, ਕੇਂਦਰ ਦੀ ਸਰਕਾਰ। ਇਹ ਤਾਂ ਜਦੋਂ ਚੋਣਾਂ ਆਉਂਦੀਆਂ ਉਦੋਂ 5-5 ਕਿਲੋ ਦੇ ਸਿਲੰਡਰ ਮੁਫਤ ਵੰਡ ਦਿੰਦੀ ਹੈ ਤਾਂ ਕਿ ਲੋਕਾਂ ਦੀਆਂ ਵੋਟਾਂ ਲੈ ਲਈਆਂ, ਤੇ ਵੋਟਾਂ ਲੈਣ ਤੋਂ ਬਾਅਦ ਅੱਜ ਚਾਹੇ ਸਿਲੰਡਰ ਦੀ ਗੱਲ ਹੈ ਤੇ ਚਾਹੇ ਪੈਟਰੋਲ ਦੀ ਗੱਲ ਹੈ ਤੇ ਚਾਹੇ ਡੀਜ਼ਲ ਦੀ ਗੱਲ ਹੈ, ਕਿਸਾਨ ਆਪਣੇ ਖੇਤ 'ਚ ਡੀਜ਼ਲ ਬਾਲਦਾ, ਪੈਟਰੋਲ ਦੇ ਉੱਪਰ ਲੋਕ ਆਪਣੀਆਂ ਗੱਡੀਆਂ ਤੇ ਸਕੂਟਰਾਂ ਦੇ ਉੱਪਰ ਆਪਣੀ ਆਵਾਜਾਈ ਕਰਦੇ ਹੈ, ਤੇ ਘਰ 'ਚ ਅੱਜ ਸਾਰੇ ਚੁੱਲ੍ਹੇ ਜਿਹੜੇ ਲੋਕ ਪਹਿਲਾਂ ਪਾਥੀਆਂ ਬਾਲਦੇ ਸੀ ਅੱਜ ਦੁਬਾਰਾ ਪਾਥੀਆਂ ਬਾਲਣ ਤੇ ਆ ਜਾਣਗੇ, ਕਿਉਂਕਿ ਇਸ ਤਰੀਕੇ ਦੀ ਇਹ ਸਰਕਾਰ ਨੇ ਆਪਣੀ ਰਵੱਈਆ ਕਰ ਰੱਖਿਆ ਹੈ। ਤੋ ਇਸ ਕਰਕੇ ਬੀਜੇਪੀ ਦੀ ਮੋਦੀ ਸਰਕਾਰ ਨੇ ਜੋ ਸਰਕਾਰ ਦੇ ਵਿੱਚ ਕੰਮ ਕਰ ਰੱਖਿਆ ਇਹ ਬਹੁਤ ਗਲਤ ਹੈ। ਅੱਜ ਪੂਰੇ ਦੇਸ਼ ਦੀ ਜਨਤਾ ਇਸ ਗੱਲ ਤੋਂ ਬਹੁਤ ਵੱਡੇ ਪੈਮਾਨੇ ਤੇ ਦੁਖੀ ਹੈ। ਦੇਖੋ ਗੱਲ ਆ ਗਈ ਨਾ ਜੀ, ਤਰੁਣ ਚੁੱਘ ਦਾ ਵੀ ਆਪਣਾ ਪੱਖ ਆ ਗਿਆ, ਸੋ ਸਾਰਿਆਂ ਦਾ ਪੱਖ ਆ ਗਿਆ। ਬਾਕੀ ਹਰ ਕੋਈ ਆਜ਼ਾਦ ਹੈ ਮੁਲਕ 'ਚ, ਹਰ ਕਿਸੇ ਦੇ ਬਿਆਨ ਨੂੰ ਸੁਣ ਕੇ ਸਮਝਣ ਦਾ ਔਰ ਅਰਥ ਕੱਢਣ ਦਾ ਹਰੇਕ ਕਿਸੇ ਕੋਲੇ ਹੱਕ ਹੈ ਜੀ। ਟਿੱਲਾ ਸਾਹਿਬ, ਇੱਕ ਤਰੁਣ ਚੁੱਘ ਹੋਣਾ ਦੇ ਬਿਆਨ ਦੇ ਵਿੱਚ ਜੋ ਕੁਝ ਖਾਸ ਮੈਂ ਸੁਣਿਆ, ਉਸ ਦੇ ਵਿੱਚ ਉਹਨਾਂ ਨੇ ਕਿਹਾ, ਕਹਿੰਦੇ ਕਿ ਬੇਸ਼ੱਕ ਕਾਂਗਰਸ ਦੀ ਸਰਕਾਰ ਦੇ ਵਿੱਚ ਤੇਲ ਦੀਆਂ ਕੀਮਤਾਂ ਘੱਟ ਵੱਧ ਸੀ, ਪਰ ਕਹਿੰਦੇ ਸਾਡੇ ਰਾਜ ਦੇ ਵਿੱਚ ਦਾਲ ਦੀਆਂ ਕੀਮਤਾਂ ਬਹੁਤ ਘਟੀਆਂ ਨੇ। ਕਹਿੰਦੇ ਕਾਂਗਰਸ ਦੇ ਰਾਜ ਦੇ ਵਿੱਚ ਦਾਲ 140 ਤੋਂ 170 ਰੁਪਏ ਸੀ, ਪਰ ਸਾਡੇ ਰਾਜ ਦੇ ਵਿੱਚ 70 ਰੁਪਏ, ਕਿਉਂਕਿ ਮੈਂ ਤੁਸੀਂ ਛੋਲਿਆਂ ਦੀ ਗੱਲ ਕੀਤੀ ਸੀ ਤੇ ਮੈਂ ਉਸ ਸੰਦਰਭ ਦੇ ਵਿੱਚ ਜੋੜ ਰਿਹਾ। ਜੇ ਕਾਂਗਰਸ ਦੇ ਰਾਜ 'ਚ ਮਹਿੰਗਾਈ ਇੰਨੀ ਵਧੀ ਤੇ ਅੱਜ ਕਾਂਗਰਸ 50 ਸੀਟਾਂ ਤੋਂ ਘੱਟ ਹੈ ਜੀ। ਇਸ ਕਰਕੇ ਜਿਹੜੇ ਲੋਕ ਨੇ, ਲੋਕਾਂ ਨੇ ਤਾਂ ਪਰਫਾਰਮੈਂਸ ਦੇਖਣੀ ਹੈ। ਤੁਸੀਂ ਦਾਲ ਦੀ ਕੀਮਤ 70 ਤੋਂ ਨਹੀਂ ਵਧਣ ਦਿੱਤੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਮੈਂ ਵੀ ਹਫ਼ਤੇ 'ਚ 3-4 ਦਿਨ ਦਾਲ ਖਾਣਾ, ਬਹੁਤ ਧੰਨਵਾਦ। ਬਿਲਕੁਲ। ਸੋ ਸਿਆਸੀ ਬਿਆਨ ਨੇ ਮਹਿੰਗਾਈ ਨੂੰ ਲੈ ਕੇ ਵੀ, ਤੇ ਜੇਕਰ ਸੱਚ ਵੇਖੀਏ ਤਾਂ ਆਮ ਲੋਕ ਜ਼ਰੂਰ ਤਰਾਹ ਕਰ ਰਹੇ ਨੇ, ਕਿਉਂਕਿ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਹਰ ਇੱਕ ਵਰਗ ਦੇ ਉੱਤੇ ਪ੍ਰਭਾਵ ਪਾ ਰਹੀਆਂ ਨੇ, ਹਰ ਇੱਕ ਵਰਗ ਨੂੰ ਪ੍ਰਭਾਵਿਤ ਜ਼ਰੂਰ ਕਰ ਰਹੀਆਂ ਨੇ। ਸੋ ਉਮੀਦ ਹੈ ਕਿ ਸਰਕਾਰਾਂ ਇਸ ਦੇ ਵੱਲ ਆਉਣ ਵਾਲੇ ਦਿਨਾਂ ਦੇ ਵਿੱਚ ਧਿਆਨ ਦੇਣ। ਪੰਜਾਬ ਸਰਕਾਰ ਨੂੰ ਲੈ ਕੇ ਵੀ ਤਰੁਣ ਚੁੱਘ ਹੋਣਾ ਨੇ ਜਿਸ ਤਰ੍ਹਾਂ ਟਿੱਪਣੀ ਕੀਤੀ ਹੈ ਕਿ ਆਪਣਾ ਵੈਟ ਪੰਜਾਬ ਸਰਕਾਰ ਘਟਾਵੇ। ਸੋ ਸਾਰੀਆਂ ਸਰਕਾਰਾਂ ਨੂੰ ਅੱਗੇ ਬੇਨਤੀ ਹੈ ਕਿ ਆਮ ਲੋਕਾਂ ਦੇ ਬਾਰੇ ਜ਼ਰੂਰ ਸੋਚਿਆ ਜਾਵੇ। ਸੋ ਟਿੱਲਾ ਸਾਹਿਬ, ਹੁਣ ਦੇ ਪ੍ਰੋਗਰਾਮ ਦੇ ਵਿੱਚੋਂ ਇਜਾਜ਼ਤ ਲਵਾਂਗੇ।
ਫਿਲਹਾਲ ਦੇ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਧੰਨਵਾਦ ਜੀ। ਅਗਲੇ ਪ੍ਰੋਗਰਾਮ ਦੇ ਵਿੱਚ ਮਿਲਦੇ ਹਾਂ ਖਾਸ ਅਪਡੇਟਸ ਦੇ ਨਾਲ। ਬਹੁਤ ਬਹੁਤ ਧੰਨਵਾਦ। ਬਹੁਤ ਧੰਨਵਾਦ।